ਸਤਿ ਸ਼੍ਰੀ ਅਕਾਲ। ਚਲੋ ਪੰਜਾਬੀ ਸਿੱਖੀਏ ਚੈਨਲ ਵਿੱਚ ਤੁਹਾਡਾ ਸਵਾਗਤ ਹੈ। ਅੱਜ ਅਸੀਂ ICSE ਬੋਰਡ ਦੀ 9ਵੀਂ 10ਵੀਂ ਜਮਾਤ ਦੀ ਪਾਠ ਪੁਸਤਕ ਕਾਵ ਕਥਾ ਸੰਵੇਦਨਾ ਦਾ ਪਾਠ 2 ਪੱਤਾ ਕਹਾਣੀ ਕਰਨ ਜਾ ਰਹੇ ਹਾਂ। ਇਹ ਕਹਾਣੀ ਸੰਤ ਸਿੰਘ ਸੇਖੋਂ ਦੁਆਰਾ ਲਿਖੀ ਹੋਈ ਹੈ। ਸੰਤ ਸਿੰਘ ਸੇਖੋਂ ਜੀ ਦਾ ਜਨਮ 1908 ਈਸਵੀ ਵਿੱਚ ਜ਼ਿਲ੍ਹਾ ਲਾਇਰਪੁਰ ਪਾਕਿਸਤਾਨ ਵਿਖੇ ਹੋਇਆ। ਆਪ ਕਿੱਤੇ ਵਜੋਂ ਪ੍ਰੋਫੈਸਰ ਸਨ ਅਤੇ ਬਹੁਤ ਹੀ ਵਧੀਆ ਲੇਖਕ ਹੋਏ ਹੋ। ਆਪ ਨੇ MA ਅਰਥ ਸ਼ਾਸਤਰ ਮੀਨ ਇਕਨੋਮਿਕਸ ਅਤੇ ਅੰਗਰੇਜ਼ੀ ਵਿੱਚ ਕੀਤੀ। ਆਪ ਨੂੰ ਆਪਦੇ ਪੰਜਾਬੀ ਸਾਹਿਤ ਨੂੰ ਦਿੱਤੇ ਹੋਏ ਮਹਾਨ ਕਾਰਜਾਂ ਕਰਕੇ ਪ੍ਰੋਫੈਸਰ ਆਫ ਐਮੀਨੈਂਸ ਸਾਹਿਤ ਅਕਾਦਮੀ ਅਤੇ ਪਦਮ ਸ਼੍ਰੀ ਦੇ ਨਾਲ ਸਨਮਾਨਿਤ ਕੀਤਾ ਗਿਆ। ਆਪ ਨੇ ਬਹੁਤ ਸਾਰੀਆਂ ਆਲੋਚਨਾਤਮਕ ਪੁਸਤਕਾਂ ਲਿਖੀਆਂ, ਜਿਵੇਂ ਲਹੂ ਮਿੱਟੀ, ਬਾਬਾ ਅਸਮਾਨ ਨਾਵਲ, ਕਲਾਕਾਰ, ਮੋਇਆਸਾਰ ਨਾ ਕਾਈਂ, ਬੇੜਾ ਬੰਦ ਨਾ ਸਕਿਓ, ਵਾਰਸ ਨਾਵਲ, ਸਤਿਆਰਥ, ਪੰਜਾਬੀ ਕਾਵ ਸਰੋਮਣੀ, ਪ੍ਰਸਿੱਧ ਪੰਜਾਬੀ ਕਵੀ ਭਾਈ ਵੀਰ ਸਿੰਘ ਤੇ ਉਹਨਾਂ ਦਾ ਯੁੱਗ ਆਲੋਚਨਾਤਮਕ ਪੁਸਤਕਾਂ ਦੀ ਰਚਨਾ ਕੀਤੀ। ਆਪ ਦੇ ਮੁੱਖ ਕਹਾਣੀ ਸੰਗ੍ਰਹਿ ਹਨ ਸਮਾਚਾਰ, ਕਾਮੇ ਤੇ ਯੋਧੇ, ਅੱਧੀ ਵਾਟ, ਤੀਜਾ ਪਹਿਰ, ਸਿਆਣਪ ਤੇ ਪੱਤਾ ਆਦਿ। ਅੱਜ ਅਸੀਂ ਆਪ ਦੁਆਰਾ ਲਿਖੀ ਹੋਈ ਕਹਾਣੀ ਪੱਤਾ ਪੜ੍ਹਨ ਜਾ ਰਹੇ ਹਾਂ। ਪੱਤਾ ਕਹਾਣੀ ਦੇ ਵਿੱਚ ਕਹਾਣੀਕਾਰ ਨੇ ਪੇਂਡੂ ਜੀਵਨ ਨੂੰ ਪੇਸ਼ ਕੀਤਾ ਹੈ। ਪੰਜਾਬ ਦੇ ਕਿਰਸਾਨੀ ਜੀਵਨ ਦੀ ਸੱਚਾਈ ਦੱਸੀ ਹੈ ਕਿ ਛੋਟੇ ਕਿਸਾਨਾਂ ਨੂੰ ਆਪਣੇ ਖੇਤਾਂ ਵਿੱਚ ਫਸਲਾਂ ਉਗਾਉਣ ਲਈ ਮਿੱਟੀ ਨਾਲ ਮਿੱਟੀ ਹੋਣਾ ਪੈਂਦਾ ਹੈ। ਸਾਧਨਾਂ ਦੀ ਘਾਟ ਹੋਣ ਦੇ ਕਾਰਨ, ਸਾਧਨ ਜੋ ਸਿੰਚਾਈ ਦੇ ਆਧੁਨਿਕ ਸਾਧਨ ਨੇ, ਉਹਨਾਂ ਦੀ ਘਾਟ ਹੋਣ ਦੇ ਕਾਰਨ ਉਹਨਾਂ ਨੂੰ ਸਰੀਰਕ ਮਿਹਨਤ ਵੱਧ ਕਰਨੀ ਪੈਂਦੀ ਹੈ। ਮਰਦ ਖੇਤਾਂ ਵਿੱਚ ਹਲ ਵਾਹੁਣ ਲਈ ਤੜਕੇ ਉੱਠ ਕੇ ਚਲੇ ਜਾਂਦੇ ਹਨ ਅਤੇ ਧੁੱਪ ਤੇਜ਼ ਹੋਣ ਤੋਂ ਪਹਿਲਾਂ ਹੀ ਉਹ ਆਪਣਾ ਕਾਫੀ ਕੰਮ ਮੁਕਾ ਲੈਂਦੇ ਹਨ। ਘਰਾਂ ਵਿੱਚ ਤੀਵੀਆਂ ਮਤਲਬ ਉਹਨਾਂ ਦੀਆਂ ਪਤਨੀਆਂ, ਇਸਤਰੀਆਂ ਜੋ ਨੇ, ਠੀਕ ਹੈ, ਇਸਤਰੀਆਂ ਵੀ ਗੋਹਾ ਕੂੜਾ ਕਰਦੀਆਂ ਹਨ, ਧਾਰਾਂ ਕੱਢਦੀਆਂ ਹਨ, ਲੱਸੀ ਰਿੜਕਦੀਆਂ ਹਨ ਅਤੇ ਸਵੇਰ ਦੀ ਰੋਟੀ ਬਣਾ ਕੇ ਖੇਤਾਂ ਵਿੱਚ ਕੰਮ ਕਰ ਰਹੇ ਆਦਮੀਆਂ ਲਈ ਲੈ ਕੇ ਜਾਂਦੀਆਂ ਹਨ। ਠੀਕ ਹੈ, ਜਦੋਂ ਰੋਟੀ ਬਣਾ ਕੇ ਖੇਤਾਂ ਵਿੱਚ ਲੈ ਕੇ ਜਾਂਦੀਆਂ ਹਨ, ਉਸ ਰੋਟੀ ਨੂੰ ਹੀ ਅਸੀਂ ਪੱਤਾ ਆਖਦੇ ਹਾਂ। ਇਸ ਕਹਾਣੀ ਵਿੱਚ ਹਰਨਾਮ ਸਿੰਘ ਆਪਣੇ ਪਿਤਾ ਦੇ ਨਾਲ ਖੇਤਾਂ ਵਿੱਚ ਕੰਮ ਕਰ ਰਿਹਾ ਹੈ, ਜੋ ਆਪਣੀ ਪਤਨੀ ਦੀ ਉਡੀਕ ਕਰਦਾ ਹੈ ਅਤੇ ਸੁਪਨੇ ਵੇਖਦਾ ਹੈ ਕਿ ਕਦੋਂ ਉਸਦੀ ਪਤਨੀ ਉਸਦੇ ਲਈ ਪੱਤਾ ਲੈ ਕੇ ਆਵੇਗੀ। ਪਰ ਜਦੋਂ ਪੱਤਾ ਉਸਦੀ ਭੈਣ ਨਾਮੋ ਆਪਣੀ ਸਹੇਲੀ ਦੇ ਨਾਲ ਲੈ ਕੇ ਆਉਂਦੀ ਹੈ ਤਾਂ ਉਸਦੇ ਸੁਪਨੇ ਟੁੱਟ ਜਾਂਦੇ ਹਨ, ਉਸਦੇ ਚਿਹਰੇ 'ਤੇ ਉਦਾਸੀ ਛਾ ਜਾਂਦੀ ਹੈ। ਇਸ ਨੂੰ ਹਰਨਾਮ ਸਿੰਘ ਦਾ ਪਿਤਾ ਸਮਝ ਆਉਂਦਾ ਹੈ। ਹੁਣ ਅਸੀਂ ਕਹਾਣੀ ਪੜ੍ਹਦੇ ਹਾਂ। ਕਹਾਣੀ ਦੇ ਵਿੱਚ ਸ਼ੁਰੂ ਵਿੱਚ ਕੀ ਹੁੰਦਾ ਹੈ? ਪੱਤਾ ਕਹਾਣੀ ਦੇ ਵਿੱਚ ਖਬਰੇ ਤਾਂ ਰਾਤ ਦੇਰ ਤੱਕ ਨਾਮੋ ਗੁੱਡੀ ਦੇ ਸੂਟਾਂ ਦੇ ਫਿਕਰਾਂ ਵਿੱਚ ਪਈ ਰਹੀ। ਕਹਾਣੀ ਦੇ ਮੁੱਖ ਪਾਤਰ ਕੌਣ ਕੌਣ ਮੈਂ ਦੱਸਿਆ ਤੁਹਾਨੂੰ? ਹਰਨਾਮ ਸਿੰਘ, ਉਸਦੇ ਪਿਤਾ, ਉਸਦੀ ਮਾਂ, ਠੀਕ ਹੈ, ਅਤੇ ਉਸਦੀ ਭੈਣ ਨਾਮੋ ਅਤੇ ਉਸਦੀ ਭੈਣ ਦੀ ਸਹੇਲੀ ਪੀਤੋ। ਕਹਾਣੀ ਸ਼ੁਰੂ ਕਰਦੇ ਹਾਂ। ਖਬਰੇ ਤਾਂ ਰਾਤ ਦੇਰ ਤੱਕ ਨਾਮੋ ਗੁੱਡੀ ਦੇ ਸੂਟਾਂ ਦੇ ਫਿਕਰਾਂ ਵਿੱਚ ਪਈ ਰਹੀ। ਖਬਰੇ ਠੰਡੀ ਠੰਡੀ ਪੱਛੋਂ ਦੀ ਹਵਾ ਦੇ ਕਾਰਨ ਜਾਂ ਕੋਈ ਹੋਰ ਸਬੱਬ ਹੋ ਗਿਆ। ਦੂਜੇ ਦਿਨ ਉਹ ਤੜਕੇ ਸੂਰਜ ਚੜ੍ਹੇ ਤੱਕ ਮੰਜੀਓ ਨਾ ਉੱਠੀ। ਮਾਂ ਉਸਦੀ ਕੁਝ ਕਰਾੜੇ ਸੁਭਾਅ ਦੀ ਸੀ। ਉਸਨੇ ਤਾਂ ਆਵਾਜ਼ਾਂ ਮਾਰ ਮਾਰ ਕੇ ਛੱਤ ਪਾੜਨੀ ਲਈ ਹੋਈ ਸੀ। ਨੀ ਰੰਡੀਏ, ਹੋਰ ਤੇਰੇ ਹੁਣ ਬਣ ਬੱਧਨੇ ਨੇ, 12 ਵੜਿਆਂ ਦੀ ਹੋ ਗਈ ਏ, ਬੁੱਢ ਬਲੇਟ, ਹੁਣ ਥਾਈਂ ਸੁੱਤੀ ਪਈ ਐ। ਮੈਂ ਵੀ ਜਗਾਉਂਦੀ ਨਹੀਂ। ਅੱਜ ਰੋਟੀ ਤੈਂ ਲੈ ਜਾਣੀ ਏ, ਆਪੇ ਜਦੋਂ ਜੀ ਕਰੂ ਲੈ ਜੀ, ਉੱਥੇ ਤੇਰਾ ਪਤੰਦਰ ਹੀ ਤੈਨੂੰ ਸਮਾਰੂ। ਕਹਾਣੀ ਵਿੱਚ ਕੀ ਦੱਸਿਆ ਹੋਇਆ ਹੈ ਕਿ ਜੋ ਨਾਮੋ ਦੀ ਮਾਂ ਹੈ ਉਹ ਥੋੜ੍ਹੀ ਕੌੜੇ ਸੁਭਾਅ ਦੀ ਹੈ। ਉਹ ਆਪਣੀ ਧੀ ਨੂੰ ਆਵਾਜ਼ਾਂ ਮਾਰਦੀ ਹੈ ਕਿ ਉਹ ਰਾਤ ਦੇਰ ਨਾਲ ਸੁੱਤੀ ਹੋਣ ਕਰਕੇ ਸ਼ਾਇਦ ਉਹਦੀ ਸਵੇਰੇ ਅੱਖ ਨਹੀਂ ਖੁੱਲ੍ਹੀ ਹੈ, ਅਤੇ ਉਹ ਬੜੀ ਹੀ ਗੁੱਸੇ ਨਾਲ ਬੜੇ ਹੀ ਅਪਸ਼ਬਦਾਂ ਦਾ ਪ੍ਰਯੋਗ ਕਰਦੀ ਹੈ ਆਪਣੀ ਧੀ ਦੇ ਲਈ, ਅਤੇ ਉਸਨੂੰ ਆਵਾਜ਼ਾਂ ਮਾਰਦੀ ਹੈ ਕਿ ਤੂੰ ਕਿੰਨੀ ਵੱਡੀ ਹੋ ਗਈ ਹੈ ਅਤੇ ਹਜੇ ਵੀ ਤੂੰ ਸੁੱਤੀ ਪਈ ਹੈ, ਖਾਣਾ ਬਣ ਚੁੱਕਿਆ ਹੈ ਅਤੇ ਤੂੰ ਖੇਤਾਂ ਵਿੱਚ ਆਪਣੇ ਪਿਤਾ ਅਤੇ ਆਪਣੇ ਭਰਾ ਨੂੰ ਦੇ ਕੇ ਆ ਖਾਣਾ। ਫਿਰ ਕੀ ਹੁੰਦਾ ਹੈ? ਫਿਰ ਉਸਨੂੰ ਇਹ ਵੀ ਕਹਿੰਦੀ ਹੈ ਕਿ ਅਗਰ ਤੂੰ ਲੇਟ ਹੋ ਜਾਏਗੀ ਅਤੇ ਤੇਰੇ ਪਿਤਾ ਜੀ ਹੈ, ਤੇਰਾ ਪਤੰਦਰ ਤੈਨੂੰ ਉੱਥੇ ਸਮਾਰੂ ਮਤਲਬ ਕਿ ਤੈਨੂੰ ਉੱਥੇ ਡਾਂਟ ਫਟਕਾਰ ਦੇਵੇਗਾ। ਜੇ ਨਾਮੋ ਬਿਮਾਰ ਵੀ ਹੁੰਦੀ ਤਾਂ ਵੀ ਮਾਂ ਦੇ ਇਸ ਨਾ ਜਗਾਉਣ 'ਤੇ ਉੱਠ ਬਹਿੰਦੀ। ਸੋ ਝਟਪਟ ਵਿਛਾਉਣਾ ਅਤੇ ਉਤਲਾ ਖੇਸ ਲਪੇਟੇ ਮੋਢੇ ਰੱਖ ਨਾਮੋ ਪੌੜੀ ਉਤਰ ਆਈ। ਪਾਣੀ ਦਾ ਗਿਲਾਸ ਭਰ ਕੇ ਮੂੰਹ ਧੋਤਾ, ਆਲੇ ਵਿੱਚੋਂ ਆਪਣੀ ਰੋਟੀ
ਦਹੀਂ ਦਾ ਕੌਲ ਕੱਢ ਕੇ ਖਾਣੀ ਸ਼ੁਰੂ ਕਰ ਦਿੱਤੀ। ਆਲੇ ਕੀ ਹੁੰਦੇ ਨੇ? ਪਹਿਲੇ ਜਦੋਂ ਦੀ ਕਹਾਣੀ ਲਿਖੀ ਹੋਈ ਹੈ ਉਹ ਨਾਲੇ ਬਹੁਤ ਪੁਰਾਣੇ ਸਮੇਂ ਦੀ ਲਿਖੀ ਹੈ, ਅਤੇ ਉਸ ਸਮੇਂ ਦੀ ਗੱਲ ਕਰ ਰਹੇ ਨੇ ਕਿ ਉਦੋਂ ਜੋ ਹੁਣ ਜੇ ਸਾਡੇ ਕੋਲ ਮਾਡਰਨ ਕਿਚਨ ਨੇ, ਇਸ ਤਰ੍ਹਾਂ ਦੀਆਂ ਰਸੋਈਆਂ ਨਹੀਂ ਹੁੰਦੀਆਂ ਸੀ। ਠੀਕ ਹੈ, ਪੁਰਾਣੇ ਸਮੇਂ ਦੀਆਂ ਰਸੋਈਆਂ ਦੀ ਗੱਲ ਕਰ ਰਿਹਾ ਹੈ ਕਿ ਰਸੋਈ ਦੇ ਵਿੱਚ ਹੀ ਨਾ ਕੁਛ ਇੱਕ ਆਲੇ ਬਣਾਏ ਹੁੰਦੇ ਸੀ। ਆਲੇ ਬਣਾਉਣਾ ਕਿ ਜਿੱਦਾਂ ਦੀਵਾਰ ਦੇ ਵਿੱਚ ਇੱਕ ਬਾਕਸ ਟਾਈਪ ਜਗ੍ਹਾ ਬਣਾ ਦੇਣੀ, ਠੀਕ ਹੈ, ਥੋੜ੍ਹਾ ਅੰਦਰ ਨੂੰ ਉਹਦਾ ਝੁਕਾਵ ਹੁੰਦਾ ਸੀ, ਉਸ ਦੇ ਵਿੱਚ ਕੁਝ ਖਾਣਾ ਵਗੈਰਾ ਰੱਖ ਦੇਣਾ। ਅਤੇ ਉਸ ਸਮੇਂ ਫਰਿੱਜਾਂ ਵੀ ਬਹੁਤ ਘੱਟ ਹੁੰਦੀਆਂ ਸੀ। ਫਰਿੱਜ ਦਾ ਕੰਮ ਦੇ ਲਈ ਜਾਲੀਆਂ, ਲੱਕੜ ਦੀ ਜਾਲੀ ਬਣਾਈ ਜਾਂਦੀ ਸੀ, ਉਹਦੇ ਵਿੱਚ ਖਾਨੇ ਲਗਾ ਦਿੱਤੇ ਜਾਂਦੇ ਸੀ। ਲੱਕੜ ਦੀ ਇੱਕ ਛੋਟੀ ਜਿਹੀ ਮਤਲਬ ਇੱਕ ਅਲਮਾਰੀ ਟਾਈਪ ਬਣਾ ਦੇਣਾ, ਠੀਕ ਹੈ, ਉਹਦੇ ਵਿੱਚ ਹੀ ਸਾਰਾ ਸਮਾਨ ਰੱਖਿਆ ਜਾਂਦਾ ਸੀ। ਅਤੇ ਕਹਾਣੀ ਵਿੱਚ ਵੀ ਕੀ ਦੱਸ ਰਿਹਾ ਹੈ ਕਿ ਨਾਮੋ ਜਲਦੀ ਨਾਲ ਉੱਠਦੀ ਹੈ, ਆਪਣਾ ਬਿਸਤਰ ਰੱਖਦੀ ਹੈ, ਮੂੰਹ ਧੋ ਕੇ ਆਪਣਾ ਖਾਣਾ ਖਾਣਾ ਸ਼ੁਰੂ ਕਰ ਦਿੰਦੀ ਹੈ। ਉੱਧਰ ਮਾਂ ਆਪਣਾ ਨਾਂ ਜਗਾਉਣ ਦਾ ਪਰਨ ਪਾਲਦੀ ਰਹੀ ਅਤੇ ਨਾਮੋ ਦੇ ਖਸਮ ਨੂੰ ਅਤੇ ਭਰਾਵਾਂ ਨੂੰ ਪਿੱਟਦੀ ਰਹੀ। ਠੀਕ ਹੈ, ਉਸ ਸਮੇਂ ਕਹਾਣੀਕਾਰ ਸਾਨੂੰ ਇੱਕ ਹੋਰ ਕੀ ਦੱਸ ਰਿਹਾ ਉਸ ਸਮੇਂ ਦੀ ਗੱਲ, ਕਿ ਕੁਝ ਲੋਕ ਉਸ ਸਮੇਂ ਵੀ ਆਪਣੀਆਂ ਲੜਕੀਆਂ ਨੂੰ, ਕੁੜੀਆਂ ਨੂੰ ਬਹੁਤ ਚੰਗਾ ਨਹੀਂ ਸਮਝਦੇ ਸਨ। ਇਸ ਲਈ ਉਸਦੀ ਮਾਂ ਵੀ ਜੋ ਹੈ ਇੰਨੀ ਕੌੜੇ ਸੁਭਾਅ ਦੀ ਹੈ ਕਿ ਉਹ ਆਪਣੀ ਧੀ, ਆਪਣੀ ਬੇਟੀ ਨੂੰ ਹੀ ਗਾਲਾਂ ਕੱਢੀ ਜਾ ਰਹੀ ਹੈ। ਗਵਾਂਢੋਂ ਪੀਤੋ ਦੀ ਮਾਂ ਨੇ ਵੀ ਆਵਾਜ਼ ਮਾਰੀ, ਨਾਮੋ ਕੁੜੇ ਧੀਏ, ਸਾਡੀ ਪੀਤੋ ਨੂੰ ਵੀ ਰੋਟੀ ਦੇਣ ਨਾਲ ਲੈ ਜਾਈਂ। ਨਾਮੋ ਨੇ ਛੇਤੀ ਛੇਤੀ ਹਾਜ਼ਰੀ ਖਤਮ ਕਰ ਲਈ ਅਤੇ ਆਲੇ ਵਿੱਚੋਂ ਮੁੜ ਝਾਤ ਮਾਰੀ। ਝਾਤ ਮਾਰਨੀ ਮਤਲਬ ਦੇਖਣਾ। ਮਾਂ ਨੇ ਰੋਟੀਆਂ, ਦਹੀਂ ਦੇ ਗੱਠੇ ਪੌਣੇ ਵਿੱਚ ਬੰਨ੍ਹ ਲੱਸੀ ਦੇ ਝਕੜੇ 'ਤੇ ਰੱਖ ਛੱਡੇ ਸਨ। ਨਾਮੋ ਨੇ ਉਹ ਚੱਕੇ ਅਤੇ ਚੁੱਪ-ਚਾਪ ਕੀਤੀ ਘਰੋਂ ਨਿਕਲ ਤੁਰੀ। ਰਾਹ ਵਿੱਚ ਪੀਤੋ ਨੂੰ ਵੀ ਆਵਾਜ਼ ਮਾਰ ਲਈ ਅਤੇ ਦੋਵੇਂ ਸਹੇਲੀਆਂ ਖੇਤਾਂ ਵਿੱਚ ਰੋਟੀ ਦੇਣ ਚੱਲ ਪਈਆਂ। ਖੇਤਾਂ ਵਿੱਚ ਜਾ ਰਹੀਆਂ ਨੇ ਰੋਟੀ ਦੇਣ ਦੇ ਲਈ। ਨਾਮੋ ਦਾ ਪਿਤਾ ਜੀ ਅਤੇ ਨਾਮੋ ਦਾ ਭਰਾ ਕੀ ਕਰ ਰਹੇ ਨੇ? ਖੇਤਾਂ ਵਿੱਚ ਹਲ ਵਾਹ ਰਹੇ ਨੇ। ਉੱਧਰ ਹਰਨਾਮ ਸਿੰਘ ਹਲ ਖਲਾੜ ਕੇ ਪਿੰਡ ਵੱਲ ਤੱਕ ਰਿਹਾ ਸੀ। ਖਲਾੜਨਾ ਮਤਲਬ ਰੋਕਣਾ, ਕਿਉਂਕਿ ਹਰਨਾਮ ਸਿੰਘ ਜੋ ਹੈ ਉਹ ਉਡੀਕ ਕਰ ਰਿਹਾ ਸੀ ਆਪਣੀ ਪਤਨੀ ਦੀ, ਕਿ ਉਸਦੀ ਪਤਨੀ ਉਸਨੂੰ ਭੱਤਾ ਦੇਣ ਲਈ ਆਏਗੀ, ਅਤੇ ਉਹ ਬਾਰ-ਬਾਰ ਹਲ ਨੂੰ ਰੋਕਦਾ ਹੈ ਅਤੇ ਉਡੀਕ ਕਰ ਰਿਹਾ ਹੈ ਕਿ ਉਸਦੀ ਪਤਨੀ ਸ਼ਾਇਦ ਹੁਣ ਵੀ ਭੱਤਾ ਲੈ ਕੇ ਉਸਦੇ ਲਈ ਆ ਜਾਵੇਗੀ। ਉਹ ਆਪਣੇ ਖਿਆਲਾਂ ਵਿੱਚ ਡੁੱਬਿਆ ਹੋਇਆ ਹੈ। ਉਸਨੂੰ ਲੱਗ ਰਿਹਾ ਹੈ ਜਦੋਂ ਵੀ ਕੋਈ ਪਿੰਡ ਵੱਲੋਂ ਆਉਂਦਾ ਹੈ ਅਤੇ ਹਰਨਾਮ ਸਿੰਘ ਨੂੰ ਲੱਗਦਾ ਹੈ ਕਿ ਸ਼ਾਇਦ ਉਸਦੀ ਪਤਨੀ ਆ ਰਹੀ ਹੈ। ਉਹ ਬੜੇ ਹੀ ਸੁਪਨੇ ਪਾਲਦਾ ਹੈ ਕਿ ਉਸਦੀ ਪਤਨੀ ਲੈ ਕੇ ਭੱਤਾ ਆਵੇਗੀ, ਫਿਰ ਉਸਨੂੰ ਕੁਝ ਪਕੜਾਵੇਗੀ। ਠੀਕ ਹੈ, ਉਹ ਬਹੁਤ ਸੋਚ ਰਿਹਾ ਹੁੰਦਾ ਹੈ ਕਿ ਕਿਵੇਂ ਉਹ ਫਿਰ ਬੈਠ ਕੇ ਰੋਟੀ ਖਾਣਗੇ, ਉਹ ਆਪਣੀ ਪਤਨੀ ਨੂੰ ਦੇਖੇਗਾ। ਠੀਕ ਹੈ, ਫਿਰ ਕੀ ਹੁੰਦਾ ਹੈ, ਅਤੇ ਇਹ ਵੀ ਡਰ ਹੈ ਉਸਨੂੰ ਕਿ ਨਾਲ ਦੇ ਹਾਲੀ ਬਾਪੂ ਨੂੰ ਪਤਾ ਨਾ ਲੱਗ ਜਾਵੇ ਕਿ ਪਿਛਲਾ ਹਲ ਖੜ ਗਿਆ ਹੈ। ਇੱਕ ਖੇਤ ਵਿੱਚ ਉਹ 2 ਹਲ ਨਾਲ ਵਹਾਈ ਕਰ ਰਹੇ ਨੇ। ਠੀਕ ਹੈ, ਤਾਂ ਉਹ ਵੀ ਦੇਖ ਰਿਹਾ ਹੈ ਕਿ ਕਿਤੇ ਉਸਦੇ ਪਿਤਾ ਜੀ ਨੂੰ ਵੀ ਨਾ ਪਤਾ ਚੱਲ ਜਾਵੇ। ਹਰਨਾਮ ਸਿੰਘ ਦੀ ਨਜ਼ਰ ਥੱਕ ਚੁੱਕੀ ਹੈ ਕਿ ਝੱਟ-ਪੱਟ ਕਮਾਦ ਦੇ ਓਹਲਿਓਂ ਇੱਕ ਲੰਬੀ ਲਚਕੂੜੇ ਖਾਂਦੀ ਵਹੁਟੀ ਤਰੇਰ ਘਿਓ ਕਪੂਰੀ ਘੱਗਰਾ ਅਤੇ ਸਿਰ ਗੁਲਾਬੀ ਦੁਪੱਟਾ ਭੱਤਾ ਚੁੱਕੀ ਆਉਂਦੀ ਦਿਸਦੀ ਹੈ। ਉਹ ਮੇਰੀ ਰੋਟੀ ਆਉਂਦੀ ਹੈ, ਦਿਲ ਗਦ-ਗਦ ਹੋ ਕੇ ਕਹਿੰਦਾ ਹੈ। ਦਿਲ ਗਦ-ਗਦ ਹੋ ਕੇ ਬੜਾ ਖੁਸ਼ ਹੋ ਜਾਂਦਾ ਹੈ ਉਹ। ਫਿਰ ਇਹ ਸਿਰਫ ਭੱਤਾ ਹੀ ਨਹੀਂ, ਸਗੋਂ ਤੜਕੇ ਹੱਲੀ ਉੱਠਣ ਕਰਕੇ ਵਸੂਲ ਨਾ ਕੀਤੀ ਹੋਈ ਪਿਆਰ ਦੀ ਆਖਰੀ ਕਿਸ਼ਤ ਵਿਆਜ ਨਾਲ ਲੱਦੀ ਆ ਰਹੀ ਹੈ। ਅੱਖੀਆਂ ਤੋਂ ਲਹਿਦ ਸ਼ੁਰੂ ਹੋ ਕੇ ਵੱਖੀਆਂ ਕੂਲੀਆਂ ਵਿੱਚ ਹੀ ਲੰਘਦੀ ਪੱਟਾਂ ਵਿੱਚ ਉਤਰਦੀ ਹੈ ਅਤੇ ਮੁੜ ਉਤਾਂਹ ਨੂੰ ਚੜ੍ਹ ਜਾਂਦੀ ਹੈ। ਦਿਲ ਨੂੰ ਚਟਕ ਜਿਹੀ ਹੁੰਦੀ ਹੈ। ਹਾਲੀ ਉੱਧਰੋਂ ਮੂੰਹ ਪਰਤ ਕੇ ਬਲਦ ਨੂੰ ਪ੍ਰਾਣੀ ਮਾਰਦਾ ਹੈ ਅਤੇ ਲਲਕਾਰਦਾ ਹੈ। ਸਿਆੜ ਬੜੀ ਛੇਤੀ ਆ ਜਾਂਦਾ ਹੈ ਅਤੇ ਉਸੇ ਜਗ੍ਹਾ 'ਤੇ ਆ ਕੇ ਉਹੀ ਅਵਸਥਾ ਹੋ ਜਾਂਦੀ ਹੈ। ਦੂਜਾ ਸਿਆੜ ਲਿਆ ਕੇ ਜਦੋਂ ਪਰਤ ਕੇ ਉਸੇ ਜਗ੍ਹਾ 'ਤੇ ਆਉਂਦਾ ਹੈ ਤਾਂ ਗੁਲਾਬੀ ਦੁਪੱਟੇ ਅਤੇ ਘਿਓ ਕਪੂਰੀ ਘੱਗਰੇ ਵਾਲੀ ਲਚਕੋੜੇ ਖਾਂਦੀ ਮੁਟਿਆਰ ਦੇ ਚਿਹਰੇ ਦੀ ਰਿਸ਼ਮ ਅੱਖੀਆਂ ਨਾਲ ਟਕਰਾਉਂਦੀ ਹੈ। ਅੱਖੀਆਂ ਬਿਜਲੀ ਦੇ ਨਾਲੋਂ ਤੇਜ਼ ਉੱਥੇ ਅਪੜਦੀਆਂ ਹਨ ਅਤੇ ਮੁਟਿਆਰ ਝੱਟ ਕਰਕੇ ਘੁੰਡ ਸਿੱਟ ਲੈਂਦੀ ਹੈ। ਓਏ, ਇਹ ਤਾਂ ਬੰਤੇ ਦੀ ਬਹੂ ਏ। ਦਿਲ ਧਰਤੀ ਵਿੱਚ ਨਿਗੜਨ ਲੱਗ ਜਾਂਦਾ ਹੈ। ਫਿਰ ਉਹੀ ਪੁਰਾਣੀ ਰਫਤਾਰ, ਖੁੱਚਾਂ ਦੀ ਲਚਕ ਕਫੋਰ 5-6 ਸਿਆੜ ਲਿਆ ਕੇ ਵਿਚਾਰਾ ਤਾਂਗਵਾਨ ਅੱਖੀਆਂ ਨੂੰ ਉਸੇ ਕਮਾਦ ਦੀ ਨੁੱਕੜ ਵੱਲ ਨੂੰ ਜਾਣ ਦੀ ਆਗਿਆ ਦੇ ਦਿੰਦਾ ਹੈ। ਜਦੋਂ ਉਸਨੂੰ ਪਤਾ ਲੱਗਦਾ ਹੈ ਕਿ ਉਹ ਤਾਂ ਕੋਈ ਹੋਰ ਔਰਤ ਆ ਰਹੀ ਹੈ, ਉਸਦੀ ਪਤਨੀ ਨਹੀਂ ਹੈ, ਅਤੇ ਉਹ ਬੜਾ ਨਿਰਾਸ਼ ਹੋ ਜਾਂਦਾ ਹੈ। ਜੋ ਪਹਿਲੇ ਬੜੀ ਰਫਤਾਰ ਦੇ ਨਾਲ ਹਲ ਚਲਾ ਰਿਹਾ ਸੀ, ਉਸਦੀ ਰਫਤਾਰ ਹੌਲੀ ਹੋ ਜਾਂਦੀ ਹੈ। ਫਿਰ ਉਸ ਤੋਂ ਬਾਅਦ 2-4 ਵਾਰ ਉਹ ਹਲ ਚਲਾ ਕੇ ਖੇਤ ਦੇ ਚੱਕਰ ਕੱਟ ਕੇ ਦੁਬਾਰਾ ਆਉਂਦਾ ਹੈ ਅਤੇ ਫਿਰ ਹਿੰਮਤ ਕਰਦਾ ਹੈ ਕਿ ਉਸ ਆਪਣੀ ਪਤਨੀ ਦਾ ਰਾਹ ਦੇਖੇ।
ਫਿਰ ਕਹਾਣੀ ਵਿੱਚ ਕੀ ਹੁੰਦਾ ਹੈ, ਬਲਦ ਹੌਲੀ ਹੋ ਜਾਂਦੇ ਹਨ। 2 ਕੁ ਪਲ ਦੇਖਣ ਬਾਅਦ ਨਿਰਾਸ਼ ਹੋ ਕੇ ਫਿਰ ਅੱਖੀਆਂ ਤੇ ਦਿਲ ਨੂੰ ਮੋੜ ਲੈਂਦਾ ਹੈ ਤੇ ਖਿੰਝ ਕੇ ਬਲਦ ਨੂੰ ਪ੍ਰਾਣੀ ਮਾਰਦਾ ਹੈ। ਲਲਕਾਰੇ ਦੀ ਥਾਂ ਇੱਕ ਨਿੰਮੋ ਝੀਣੀ ਟਿਚਕਾਰੀ ਹੀ ਨਿਕਲਦੀ ਹੈ। ਨਿੰਮੋ ਝੀਣੀ ਮਤਲਬ ਉਦਾਸੀ ਭਰੀ ਆਵਾਜ਼। ਪਹਿਲੇ ਜੋ ਬੜੀ ਖੜਕ ਆਵਾਜ਼ ਨਾਲ, ਬੜੀ ਤੇਜ਼ ਆਵਾਜ਼ ਨਾਲ ਬੋਲ ਰਿਹਾ ਸੀ ਬਲਦਾਂ ਨੂੰ, ਹੁਣ ਉਸ ਦੀ ਆਵਾਜ਼ ਵਿੱਚ ਉਦਾਸੀ ਆ ਜਾਂਦੀ ਹੈ। ਦਿਲ ਕਰਾਰਾ ਕਰਕੇ 2-3 ਸਿਆਰ ਹੋਰ ਲਿਆਂਦੇ ਤਾਂ ਫਿਰ ਬਦੋ-ਬਦੀ ਦਿਲ ਅੱਖੀਆਂ ਨੂੰ ਲੈ ਕੇ ਕਮਾਦ ਦੀ ਉਸੇ ਨੁਕੜੇ ਐਤਕੀ ਜ਼ਰੂਰ ਆਸ ਪੂਰੀ ਹੋਊ। ਪਲ ਕੁ ਬਾਅਦ ਜਦ ਅੱਖੀਆਂ ਕਿਧਰੇ ਹੋਰ ਪਾਸੇ ਅਗਾਂਹ ਪਛਾਂ ਝਾਤ ਮਾਰਨ ਨੂੰ ਤਿਆਰ ਹੋ ਰਹੀਆਂ ਸਨ ਤਾਂ ਕਮਾਦ ਦੀ ਨੁਕਰੋਂ ਝੱਟ ਕਰਕੇ ਇੱਕ ਲੰਮੀ ਲਚਕਦਾਰ ਪੁਤਲੀ ਨੇ ਮੋੜ ਲਿਆ। ਇਹ ਤਾਂ ਘੱਗਰਾ ਕੋਈ ਘਿਓ ਕਪੂਰੀ ਨਹੀਂ, ਕੋਈ ਹੋਰ ਰੰਗ ਹੀ ਸੀ। ਉਹ ਵਹੁਟੀ ਦੇ ਰੋਜ਼ ਦੇ ਘੱਗਰੇ ਦਾ ਰੰਗ ਤੇ ਗੁਲਾਬੀ ਰੰਗ ਦੋ ਹੀ ਜਾਣਦਾ ਹੈ। ਸ਼ਾਇਦ ਘੱਗਰਾ ਬਦਲ ਲਿਆ ਹੋਵੇ ਉਸਨੇ, ਪਰ ਆਸ ਦਾ ਧਾਗਾ, ਜੋ ਉਸਦੀ ਆਸ ਦਾ ਧਾਗਾ ਹੈ, ਟੁੱਟ ਜਾਂਦਾ ਹੈ ਜਦ 2 ਗੁੱਡੀਆਂ ਜਿਹੀਆਂ ਨਾਲ ਹੀ ਪਿੱਛੇ ਆਉਂਦੀਆਂ ਦਿਸਦੀਆਂ ਹਨ। ਇਹ ਤਾਂ ਨਾਮੋ ਹੈ। ਇੱਕ ਦਾੜ ਨੇ ਤਾਂ ਰੋਟੀ ਖਾਣ ਦੀ ਸਲਾਹ ਹੀ ਹਟਾ ਦਿੱਤੀ। ਦਾੜ ਨੇ ਸਲਾਹ ਹਟਾ ਦੇਣੀ ਮਤਲਬ ਜੋ ਉਸਦਾ ਪਹਿਲੇ ਬਹੁਤ ਉਸਨੂੰ ਭੁੱਖ ਲੱਗੀ ਹੁੰਦੀ ਹੈ, ਠੀਕ ਹੈ, ਉਸਨੂੰ ਰੋਟੀ ਦੇ ਨਾਲ ਨਾਲ ਹੋਰ ਵੀ ਭੁੱਖ ਲੱਗੀ ਹੁੰਦੀ ਕਿ ਸ਼ਾਇਦ ਉਸਦੀ ਪਤਨੀ ਉਸਨੂੰ ਖਾਣਾ ਦੇਣ ਆਵੇਗੀ, ਠੀਕ ਹੈ। ਉਹ ਆਪਣੀ ਪਤਨੀ, ਉਹ ਚਾਹੁੰਦਾ ਕੀ ਹੈ ਕਿ ਉਸ ਭੱਤਾ ਲੈ ਕੇ ਕੌਣ ਆਵੇ, ਉਸਦੀ ਪਤਨੀ ਆਵੇ। ਪਰ ਜਦੋਂ ਉਸਨੂੰ ਪਤਾ ਚੱਲ ਜਾਂਦਾ ਹੈ ਕਿ ਪਿੱਛੇ ਨਾਮੋ ਤੇ ਉਸਦੀ ਸਹੇਲੀ ਆ ਰਹੀਆਂ ਹਨ ਤੇ ਉਸਦੀ ਭੁੱਖ ਹੀ ਖਤਮ ਹੋ ਜਾਂਦੀ ਹੈ। ਉਹ ਬਹੁਤ ਨਿਰਾਸ਼ ਹੋ ਜਾਂਦਾ ਹੈ। ਕਹਾਣੀ ਦੇ ਵਿੱਚ ਫਿਰ ਕੀ ਹੁੰਦਾ ਹੈ, ਮਾਂ ਨੇ ਕੰਮ ਦੇ ਲਾਲਚ ਕਰਕੇ ਤੋੜੀ ਨੇ ਨਾਮੋ ਹੀ ਭੇਜਤੀ, ਠੀਕ ਹੈ। ਕਿ ਉਹ ਫਿਰ ਕੀ ਸੋਚਦਾ ਹੈ ਕਿ ਮਾਂ ਨੇ ਕੰਮ ਦੇ ਲਾਲਚ ਕਰਕੇ ਉਸਦੀ ਪਤਨੀ ਨੂੰ ਨਹੀਂ ਭੇਜਿਆ, ਉਹਦੀ ਪਤਨੀ ਤੋਂ ਕੰਮ ਲੈ ਰਹੀ ਹੈ, ਇਸ ਲਈ ਉਸਨੇ ਨਾਮੋ ਨੂੰ ਭੇਜ ਦਿੱਤਾ ਹੈ। ਕੀ ਹੋ ਸਕਦਾ ਸੀ, ਬਲਦ ਨੂੰ ਇੱਕ ਪ੍ਰਾਣੀ ਹੋਰ ਮਾਰ ਦਿੱਤੀ। ਪ੍ਰਾਣੀ ਮਾਰਨਾ ਮਤਲਬ ਸੋਟੀ ਮਾਰਨਾ, ਸਟਿਕ ਦੇ ਨਾਲ ਮਾਰਨਾ, ਜਿਹੜੀ ਉਹਦੇ ਪੁੜੇ ਤੇ ਲੱਗੀ। ਉਹ ਕੁਝ ਟੱਪ ਗਿਆ ਤੇ ਸਿਆੜ ਵਿੰਗਾ ਹੋ ਗਿਆ। ਪਿਆ ਪਾੜਾ ਰਹਿ ਜਾਵੇ ਕਹਿ ਕੇ ਸਿਆਰ ਮਗਰ ਟੁਰ ਪਿਆ। 8-10 ਸਿਆਰ ਆ ਚੁੱਕੇ। ਦਿਲ ਦੀ ਕਾਮਨਾ ਪੂਰੀ ਨਹੀਂ ਹੋਈ ਤਾਂ ਢਿੱਡ ਕਿਉਂ ਚੱਟੀ ਭਰੇ। ਮੁੜ ਵਿਚਾਰੇ ਨੇ ਰਾਹ ਵੱਲ ਦੇਖਿਆ। ਘੱਗਰੇ ਵਾਲੀ ਤਾਂ ਨਾਲ ਦੇ ਖੇਤਾਂ ਨੂੰ ਮੁੜ ਗਈ। ਨਾਮੋ ਤੇ ਪੀਤੋ ਆ ਪੁੱਜੀਆਂ। ਬਾਈ ਰੋਟੀ ਖਾ ਲੈ, ਨਾਮੋ ਨੇ ਮਿੱਠੀ ਜਿਹੀ ਆਵਾਜ਼ 'ਚ ਪੁਕਾਰਿਆ। ਖਾ ਲੈਣਾ ਹੈ, ਆ ਸਿਆੜ ਲੈ ਕੇ ਆਈ ਆ, ਹਰਨਾਮ ਸਿੰਘ ਨੇ ਭਰੀਆਂ ਰਗਾਂ ਨਾਲ ਜਵਾਬ ਦਿੱਤਾ। ਭਰੀਆਂ ਰਗਾਂ ਮਤਲਬ ਉਸਦਾ ਮਨ ਬੜੇ ਉਦਾਸ ਮਨ ਨਾਲ ਉਹ ਬੋਲਿਆ, ਉਦਾਸ ਹੋ ਚੁੱਕਾ ਸੀ। ਸਿਆੜ ਆ ਗਿਆ ਤੇ ਪਿਓ ਪੁੱਤ ਹੱਲ ਛੱਡ ਕੇ ਰੋਟੀ ਖਾਣ ਬਹਿ ਗਏ। ਹਰਨਾਮ ਸਿੰਘ ਨੂੰ ਤਾਂ ਹੱਥ ਧੋਣ ਦਾ ਵੀ ਖਿਆਲ ਨਹੀਂ ਆਇਆ। ਪਿਓ ਵੀ ਜਾਣਦਾ ਹੈ ਕਿ ਬਹੂ ਨਾ ਆਉਣ ਨਾਲ ਮੁੰਡਾ ਕੁਝ ਢਿੱਲਾ ਹੋ ਗਿਆ ਹੈ। ਨਾਮੋ ਪੁੱਤ ਰੋਟੀ ਆਪਦੀ ਭਾਬੀ ਨੂੰ ਦੇ ਕੇ ਘੱਲਿਆ ਕਰ, ਤੂੰ ਲੱਸੀ ਥੋੜ੍ਹੀ ਲਿਆਨੀ ਹੈ, ਬੜਾ ਝਗੜਾ ਚੱਕ ਨਹੀਂ ਹੁੰਦਾ, ਇਹ ਲੱਸੀ ਤਾਂ ਅਸੀਂ ਹੁਣੇ ਪੀ ਜਾਂਗੇ। ਨਹੀਂ, ਕੌਣ ਕਹਿ ਰਿਹਾ ਹੈ? ਹਰਨਾਮ ਸਿੰਘ ਦਾ ਪਿਤਾ ਆਪਣੀ ਬੇਟੀ ਨੂੰ। ਨਹੀਂ ਬਾਪੂ, ਭਾਬੀ ਅੱਜ ਦਾਣਾ ਦਲਦੀ ਸੀ, ਦਾਣਾ ਮੁੱਕਿਆ ਹੋਇਆ ਸੀ, ਇਸੇ ਕਰਕੇ ਨਹੀਂ ਆਈ, ਕਿਉਂਕਿ ਉਸਦੀ ਭਾਬੀ ਜੋ ਹੈ ਉਹ ਘਰ ਵਿੱਚ ਕੰਮ ਕਰ ਰਹੀ ਹੈ, ਹਰਨਾਮ ਸਿੰਘ ਦੀ ਪਤਨੀ। ਫਿਰ ਉਸਦੇ ਪਿਤਾ ਕੀ ਕਹਿੰਦੇ ਨੇ ਕਿ ਦਾਣਾ ਅਸੀਂ ਖਰਾਸ ਦਲ ਦਿੰਦੇ, ਕਹੀਂ ਆਪਦੀ ਮਾਂ ਨੂੰ ਛੋਲੇ ਸੁੱਕਣੇ ਪਾ ਛੱਡੇ, ਅਸੀਂ ਅੱਜ ਦਾਣਾ ਦਲ ਦਿਆਂਗੇ। ਹਰਨਾਮ ਸਿਆਂ ਹੱਲ ਅੱਜ ਭਮਾ ਸਾਜਰੇ ਹੀ ਛੱਡ ਦਈਏ, ਬਈ ਦਾਣਾ ਜਾ ਕੇ ਦਲਨੇ ਆ। ਹਰਨਾਮ ਸਿੰਘ ਨੂੰ ਅੱਜ ਬਾਪੂ ਸਭਨਾਂ ਦਿਨਾਂ ਨਾਲੋਂ ਚੰਗਾ ਲੱਗਾ। ਜਾਂ ਉਸ ਦਿਨ ਚੰਗਾ ਲੱਗਾ ਸੀ ਜਿਸ ਦਿਨ ਉਸਦਾ ਵਿਆਹ ਸੀ ਤੇ ਬਾਪੂ ਨੇ ਕੱਪੜਿਆਂ ਨੂੰ 30 ਰੁਪਏ ਦਿੱਤੇ ਸਨ। ਪਰ ਇਹ ਚੰਗਾ ਕਹਿ ਕੇ ਚੁੱਪ ਹੋ ਗਿਆ। ਦਿਲ ਵਿੱਚ ਕੁਝ ਵੜ ਗਿਆ, ਜਿਹੜਾ ਮਾਂ ਦੇ ਖਿਲਾਫ ਪੁਰਾਣੀਆਂ ਸਭ ਗੱਲਾਂ ਨੂੰ ਗਠਰੀ ਝੱਟ-ਫਟ ਖੋਲ੍ਹਣ ਲੱਗ ਪਿਆ, ਠੀਕ ਹੈ। ਉਸਨੂੰ ਯਾਦ ਆ ਜਾਂਦਾ ਹੈ ਕਿ ਜਦੋਂ ਉਸਦਾ ਵਿਆਹ ਸੀਗਾ ਉਸਦੇ ਪਿਤਾ ਜੀ ਨੇ 30 ਰੁਪਏ ਦਿੱਤੇ ਸੀ। ਹੁਣ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਹਾਣੀਕਾਰ ਕਿਸ ਸਮੇਂ ਦੀ ਗੱਲ ਕਰ ਰਿਹਾ ਹੈ, ਠੀਕ ਹੈ। ਉਸ ਸਮੇਂ 30 ਰੁਪਏ ਵਿੱਚ ਵੀ ਕੱਪੜੇ ਆ ਜਾਂਦੇ ਸੀ, ਓਨਲੀ 30 ਰੁਪੀਜ਼, ਠੀਕ ਹੈ। ਅਤੇ ਅੱਜ ਤੁਸੀਂ ਦੇਖੋ ਕਿ ਕਿਸੇ ਦੇ ਵਿਆਹ ਵਾਲੇ ਮੁੰਡੇ ਨੇ ਕੱਪੜੇ ਲੈਣੇ ਹੋਣ ਤਾਂ ਉਸਨੂੰ ਕਿੰਨੇ ਪੈਸੇ ਚਾਹੀਦੇ ਹੁੰਦੇ ਨੇ, ਠੀਕ ਹੈ। ਫਿਰ ਕਹਾਣੀ ਵਿੱਚ ਕੀ ਹੁੰਦਾ ਹੈ, ਉਸਨੂੰ ਆਪਣਾ ਬਾਪੂ ਬੜਾ ਚੰਗਾ ਲੱਗਦਾ ਹੈ, ਪਰ ਨਾਲ ਦੀ ਨਾਲ ਹੀ ਉਸਨੂੰ ਆਪਣੀਆਂ ਮਾਂ ਦੀਆਂ ਕੌੜੀਆਂ ਗੱਲਾਂ ਵੀ ਚੇਤੇ ਆ ਜਾਂਦੀਆਂ ਨੇ, ਗੁੱਸੇ ਭਰੀਆਂ। ਤੁਸੀਂ ਬਾਪੂ ਹੁਣ ਰੋਟੀ ਖਾ ਲਓ, ਅਸੀਂ ਗਾਹਾਂ ਪੀਤੋ ਦੀ ਰੋਟੀ ਲੈ ਕੇ ਆਈ ਹਾਂ। ਨਾਮੋ 2 ਕੁ ਮਿੰਟ ਬਾਅਦ ਬੋਲੀ। ਪੀਤੋ ਕਾ ਮੁਰੱਬਾ ਅਗਲਾ ਸੀ। ਪੀਤੋ ਨੂੰ ਪਤਾ ਨਹੀਂ ਸੀ ਕਿਉਂ ਉਹਦੀ ਭਰਜਾਈ ਰੋਟੀ ਦੇਣ ਖੇਤ ਨਹੀਂ ਸੀ ਜਾਇਆ ਕਰਦੀ। ਉਸਦਾ ਭਰਾ ਕਾਲਜ ਪੜ੍ਹਦਾ ਸੀ ਤੇ ਪਿਓ ਹੀ ਕਾਮਿਆਂ ਨਾਲ ਹਲ ਵਾਹੁੰਦਾ ਸੀ।
ਉਹਨਾਂ ਦੀ ਰੋਟੀ ਜਾਂ ਪੀਤੋ ਦੀ ਮਾਂ ਲੈ ਜਾਂਦੀ ਸੀ, ਜਾਂ ਜਿਸ ਦਿਨ ਪਿਓ ਹਲ ਨਾ ਜਾਵੇ ਉਹ ਲੈ ਜਾਂਦਾ ਸੀ, ਤੇ ਕਦੇ ਕਦਾਈ ਪੀਤੋ ਦੀ ਰੋਲ ਵੀ ਆ ਜਾਂਦੀ ਸੀ। ਨਾਮੋ ਦੇ ਬਾਪੂ ਨੂੰ ਵੀ ਪਤਾ ਸੀ ਕਿ ਜੇ ਮੁੰਡਾ ਹਾਲੀ ਨਾ ਹੋਵੇ ਤਾਂ ਵਹੁਟੀ ਰੋਟੀ ਲੈ ਕੇ ਨਹੀਂ ਜਾਂਦੀ, ਪਰ ਉਹਨੇ ਇਹ ਸਵਾਲ ਸਿਰਫ ਪੀਤੋ ਨਾਲ ਗੱਲਾਂ ਕਰਨ ਦੀ ਖਾਤਰ ਹੀ ਕੀਤਾ ਸੀ। ਪਤਾ ਨਹੀਂ ਚਾਚਾ, ਪੀਤੋ ਨੇ ਅੱਗੇ ਨਾਲੋਂ ਵੀ ਮਿੱਠੀ ਹੋ ਕੇ ਜਵਾਬ ਦਿੱਤਾ। ਦੋਵੇਂ ਪਿਓ ਪੁੱਤ ਮੁਸਕਰਾਏ, ਪਰ ਨਾਮੋ ਤੇ ਪੀਤੋ ਦੋਹਾਂ ਨੂੰ ਅੰਦਰਲੇ ਭਾਵ ਦਾ ਪਤਾ ਨਾ ਲੱਗਿਆ। ਫਿਰ ਉਸ ਤੋਂ ਬਾਅਦ ਕੀ ਹੁੰਦਾ ਹੈ? ਤੇਰੀ ਭਾਬੀ ਪੀਤੋ ਪੜ੍ਹੇ ਹੋਏ ਦੀ ਬਹੂ ਏ, ਉਹ ਨਹੀਂ ਰੋਟੀ ਲੈ ਕੇ ਜਾਂਦੀ, ਨਾਮੋ ਦੇ ਬਾਪੂ ਨੇ ਗੱਲ ਚਬਾ ਕੇ ਕਿਹਾ। ਠੀਕ ਹੈ, ਨਾਮੋ ਦੇ ਬਾਪੂ ਨੇ ਪੀਤੋ ਨੂੰ ਕਿਹਾ ਕਿ ਤੇਰੀ ਭਾਬੀ ਤਾਂ ਰੋਟੀ ਨਹੀਂ ਲੈ ਕੇ ਜਾਂਦੀ। ਕਿਉਂ ਨਹੀਂ ਲੈ ਕੇ ਜਾਂਦੀ? ਕਿਉਂਕਿ ਨਾਲ ਹੀ ਉਹਨੇ ਦੱਸ ਵੀ ਦਿੱਤਾ ਹੈ ਕਿ ਉਸਦਾ ਜੋ ਭਰਾ ਹੈ ਉਹ ਕੀ ਕਾਲਜ ਵਿੱਚ ਪੜ੍ਹਦਾ ਹੈ, ਅਤੇ ਉਸਦੇ ਪਿਤਾ ਜੀ ਹਨ ਜੋ ਪੀਤੋ ਦੇ ਪਿਤਾ ਜੀ ਹਨ, ਉਹ ਕਾਮਿਆਂ ਮਤਲਬ ਉਹਨਾਂ ਕੋਲ ਹੈਲਪਰ ਵੀ ਸੀਗੇ, ਕੁਛ ਬੰਦਿਆਂ ਦੇ ਨਾਲ ਹੀ ਉਹਨਾਂ ਕੋਲੋਂ ਕੰਮ ਕਰਵਾਉਂਦੇ ਸਨ, ਅਤੇ ਕਦੀ ਕਦਾਈ ਉਹ ਖੁਦ ਰੋਟੀ ਲੈ ਜਾਂਦੇ ਸਨ ਜਾਂ ਉਸਦੀ ਮਾਂ ਵੀ ਲੈ ਕੇ ਜਾਂਦੀ ਸੀ। ਉਸ ਤੋਂ ਬਾਅਦ ਕੀ ਹੁੰਦਾ ਹੈ? ਨਹੀਂ, ਬੇਬੇ ਨੇ ਕਦੇ ਉਹਨੂੰ ਕਿਹਾ ਹੀ ਨਹੀਂ, ਪੀਤੋ ਨੇ ਆਪਣੀ ਭਰਜਾਈ ਦੇ ਪੱਖ ਵਿੱਚ ਕਿਹਾ, ਪਰ ਫਿਰ ਚਾਚੇ ਦੀ ਅਕਲ ਅੱਗੇ ਆਪਣੀ ਅਕਲ ਨੂੰ ਨਿਵਾ ਕੇ ਕਹਿ ਦਿੱਤਾ, ਪਤਾ ਨਹੀਂ, ਐਵੇਂ ਹੋ ਸ਼ਾਇਦ। ਠੀਕ ਹੈ, ਉਹ ਫਿਰ ਵੀ ਮਤਲਬ ਬੜੀ ਹਲੀਮੀ ਨਾਲ ਬੋਲਦੀ ਹੈ ਅਤੇ ਉਸਦੇ ਪਿਤਾ ਜੀ ਨੂੰ, ਨਾਮੋ ਦੇ ਪਿਤਾ ਜੀ ਨੂੰ ਜਵਾਬ ਦਿੰਦੀ ਹੈ। ਪਿਓ ਪੁੱਤ ਦੋਵੇਂ ਹੱਸ ਪਏ ਅਤੇ ਨਾਮੋ ਤੇ ਪੀਤੋ ਵੀ ਕੁਝ ਮੁਸਕਰਾਈਆਂ। ਇਸ 'ਤੇ ਹਰਨਾਮ ਸਿੰਘ ਹੋਰੀ ਤਾਂ ਰੋਟੀ ਖਾਂਦੇ ਰਹੇ, ਅਤੇ ਨਾਮੋ ਤੇ ਪੀਤੋ ਦੇ ਮੁਰੱਬੇ ਨੂੰ ਤੁਰ ਪਈਆਂ। ਮੁਰੱਬਾ ਮਤਲਬ ਉਸਦੇ ਖੇਤਾਂ ਵੱਲ ਨੂੰ। 1 ਕਿੱਲੇ ਦੀ ਵਿੱਥ 'ਤੇ ਜਾ ਕੇ ਪੀਤੋ ਨੇ ਨਾਮੋ ਨੂੰ ਪੁੱਛਿਆ, ਕੁੜੇ, ਕਾਹਤੋਂ ਤੇਰੀ ਭਾਬੀ ਰੋਟੀ ਦੇਣ ਨਹੀਂ ਆਉਂਦੀ? ਨਾਮੋ ਨੂੰ ਵੀ ਪਤਾ ਨਹੀਂ ਸੀ, ਪਰ ਉਹਨੇ ਇੱਕ ਤਰਤੀਬ ਸੋਚੀ। ਤਰਕੀਬ ਮਤਲਬ ਇੱਕ ਯੋਜਨਾ ਬਣਾਈ, ਇੱਕ ਪਲੈਨਿੰਗ ਉਹਦੇ ਮਨ ਵਿੱਚ ਆਈ ਕਿ ਇਸ ਤਰ੍ਹਾਂ ਕਰਦੇ ਹਾਂ, ਭਲਕੇ ਪੀਤੋ ਤੂੰ ਆਪ ਦੀ ਭਾਬੀ ਨੂੰ ਲੈ ਕੇ ਰੋਟੀ ਦੇਣ ਆਈ, ਮੈਂ ਵੀ ਆਪ ਦੀ ਭਾਬੀ ਨੂੰ ਆਊਂਗੀ। ਜੇ ਤੇਰੀ ਭਾਬੀ ਨਾ ਤੁਰੀ ਤਾਂ ਪੁੱਛੀ ਕਾਹਤੋਂ ਨਹੀਂ ਤੁਰਦੀ। ਕਿਉਂਕਿ ਕਹਾਣੀਕਾਰ ਨੇ ਸਾਨੂੰ ਸਟਾਰਟਿੰਗ ਵਿੱਚ ਹੀ ਕੀ ਦੱਸਿਆ ਹੈ ਕਿ ਨਾਮੋ ਤੇ ਪੀਤੋ, ਜੋ ਨਾਮੋ ਦੀ ਉਮਰ ਦੱਸੀ ਹੈ 12-13 ਸਾਲ ਦੀ, ਠੀਕ ਹੈ, ਤਾਂ ਉਹ ਦੋਨੋਂ ਹੀ ਛੋਟੀ ਉਮਰ ਦੀਆਂ ਹਨ, ਉਹ ਬਹੁਤ ਜ਼ਿਆਦਾ ਗੱਲਾਂ ਨੂੰ ਨਹੀਂ ਸਮਝਦੀਆਂ। ਚੰਗਾ, ਪੀਤੋ ਨੂੰ ਵੀ ਗੱਲ ਕੁਝ ਜੱਚ ਗਈ ਮਤਲਬ ਮੰਨ ਗਈ, ਪਰ ਫਿਰ ਬੋਲੀ, ਤੇਰੀ ਮਾਂ ਨੇ ਤੁਹਾਨੂੰ ਦੋਨਾਂ ਨੂੰ ਨਹੀਂ ਤੋੜਨਾ, ਕਹੂ ਇੱਕ ਜਣੇ ਜਾਓ। ਨਾਮੋ ਨੂੰ ਵੀ ਐਵੇਂ ਹੀ ਜਾਪੀ ਅਤੇ ਹੋਰ ਗੱਲ ਅੱਗੇ ਉਸਨੇ ਨਾ ਕੀਤੀ। ਪੀਤੋ ਕੇ ਖੇਤਾਂ ਵਿੱਚ ਪੀਤੋ ਦਾ ਬਾਪੂ ਤੇ 2 ਕਾਮੇ ਹਲ ਵਾਹ ਰਹੇ ਸਨ। ਪੀਤੋ ਨੂੰ ਦੇਖ ਕੇ ਸਾਰੇ ਖੁਸ਼ ਹੋ ਗਏ। ਪੀਤੋ, ਅੱਜ ਰੋਟੀ ਲੈ ਕੇ ਆਈ ਹੈ? ਇੱਕ ਬੋਲਿਆ। ਕੁੜੇ, ਥੱਕ ਤਾਂ ਨਹੀਂ ਗਈ? ਦੂਜੇ ਨੇ ਕੋਲੋਂ ਹੀ ਕਿਹਾ। ਨਾਮੋ ਨੂੰ ਭਾਸਿਆ ਕਿ ਪੀਤੋ ਨੂੰ ਸਭ ਪੁਚਕਾਰਦੇ ਤੇ ਪਿਆਰਦੇ ਹਨ, ਪਰ ਉਹਦੀ ਕੋਈ ਪਰਵਾਹ ਨਹੀਂ ਕਰਦਾ। ਉਹਦਾ ਦਿਲ ਕੁਝ ਉਦਾਸ ਜਿਹਾ ਹੋ ਗਿਆ। ਠੀਕ ਹੈ, ਜਦੋਂ ਉਸਨੇ ਦੇਖਿਆ ਕਿ ਉਸਨੂੰ ਕਾਮੇ ਪੁੱਛ ਰਹੇ ਨੇ ਔਰ ਉਹ ਜਦੋਂ ਰੋਟੀ ਲੈ ਕੇ ਆਈ ਹੈ ਪੀਤੋ, ਤੇ ਸਾਰੇ ਜਾਣੇ ਖੁਸ਼ ਹੋ ਗਏ ਨੇ। ਅਤੇ ਜਦੋਂ ਕਿ ਨਾਮੋ ਜਦੋਂ ਆਪਣੇ ਖੇਤਾਂ ਵਿੱਚ ਗਈ ਸੀ, ਉਸਦਾ ਭਰਾ ਵੀ ਬਹੁਤ ਉਦਾਸ ਸੀ, ਅਤੇ ਉਸਦੇ ਭਰਾ ਦੀ ਉਦਾਸੀ ਨੂੰ ਦੇਖ ਕੇ ਉਸਦੇ ਪਿਤਾ ਦਾ ਚਿਹਰਾ ਵੀ ਕੁਝ ਉਤਰਿਆ ਹੋਇਆ ਸੀ। ਕਹਾਣੀ ਵਿੱਚ ਅੱਗੇ ਕੀ ਹੁੰਦਾ ਹੈ? ਪੀਤੋ ਨੇ ਕਾਮਿਆਂ ਦੀ ਖੁਸ਼ਾਮਦ ਤੇ ਨਾਮੋ ਦੀ ਉਦਾਸੀ ਕੁਝ ਨਾ ਗੌਲਿਆ। ਪੀਤੋ ਨੇ ਦੋਨਾਂ ਵੱਲ ਕੋਈ ਵੀ ਧਿਆਨ ਨਾ ਕੀਤਾ। ਉਹ ਝੱਟ ਰੋਟੀਆਂ ਫੜਾ ਮੁੜ ਪਈਆਂ। ਭਾਂਡੇ ਆਪੇ ਬਾਪੂ ਲੈ ਆਓ। ਰਾਹ ਵਿੱਚ ਨਾਮੋ ਕੇ ਮੁਰੱਬਿਓਂ ਗੜਵਾ ਨਾਮੋ ਨੇ ਫੜ ਲਿਆ ਤੇ ਦੋਵੇਂ ਘਰਾਂ ਵੱਲ ਨੂੰ ਤੁਰ ਪਈਆਂ। ਕੁੜੇ, ਭਲਕੇ ਵੀ ਰੋਟੀ ਦੇਣ ਤੂੰ ਹੀ ਆਵੇਂਗੀ? ਨਾਮੋ ਨੇ ਪੀਤੋ ਕੋਲੋਂ ਪੁੱਛਿਆ। ਨੀ ਭੈਣੇ, ਮੈਂ ਤਾਂ ਅੱਜ ਥੱਕ ਗਈ। ਪੀਤੋ ਥਕੇਵੇਂ ਦਾ ਸਾਹ ਭਰ ਕੇ ਬੋਲੀ ਕਿ ਬਹਿ ਕੇ ਆਰਾਮ ਕਰ ਲਈਏ। ਉਸ ਟਾਹਲੀ ਦੀ ਛਾਵੇਂ ਬੈਠਾਂਗੇ। ਨਾਮੋ ਨੇ ਇੱਕ ਟਾਹਲੀ ਵੱਲ ਜੋ 2 ਕੁ ਕਿੱਲੇ ਦੀ ਵਿੱਥ 'ਤੇ ਸੀ ਉਂਗਲ ਕਰਕੇ ਕਿਹਾ। ਜਦ ਉਸ ਟਾਹਲੀ ਹੇਠਾਂ ਅੱਪੜੀਆਂ ਤਾਂ ਪੀਤੋ ਝੱਟ ਨਾਲ ਬੈਠ ਗਈ। ਨਾਮੋ ਵੀ ਬੈਠ ਗਈ। ਪੀਤੋ, ਤੂੰ ਤਾਂ ਬੜੀ ਛੇਤੀ ਥੱਕ ਗਈ, ਨਾਮੋ ਨੇ ਕਿਹਾ। ਐਡੀ ਛੇਤੀ ਥੱਕ ਜਾਈਦਾ? ਮੈਂ ਤਾਂ ਕੋਹ ਤੁਰ ਕੇ ਨਾ ਥੱਕਾਂ। ਹੁਣ ਤੱਕ ਉਹ ਕੋਹ ਦੀ ਵਿੱਥ ਤੋਂ ਵੀ ਵੱਧ ਤੁਰ ਚੁੱਕੀਆਂ ਸਨ, ਪਰ ਨਾਮੋ ਦੇ ਕੋਹ ਦਾ ਅਰਥ ਕੋਈ ਥਕਾ ਦੇਣ ਵਾਲੀ ਪੰਡ ਸੀ। ਥਕਾ ਦੇਣ ਵਾਲੀ ਪੰਡ ਮਤਲਬ ਕਿ ਨਾਮੋ ਦੇ ਵਿੱਚ ਬਹੁਤ ਜ਼ਿਆਦਾ ਹਿੰਮਤ ਸੀ, ਉਹ ਹਜੇ ਵੀ ਹੋਰ ਤੁਰ ਸਕਦੀ ਸੀ, ਲੇਕਿਨ ਪੀਤੋ ਹੁਣ ਥੱਕ ਚੁੱਕੀ ਸੀ। ਭੈਣੇ, ਮੈਂ ਤਾਂ ਥੱਕ ਗਈ, ਮੇਰਾ ਤਾਂ ਜਾਣੀ ਸਿਰ ਘੁੰਮਦਾ, ਪੀਤੋ ਨੇ ਸਿਰ ਨੂੰ ਫੜ ਕੇ ਕਿਹਾ। ਹੁਣ ਪੀਤੋ, ਭਾਬੀ ਨੇ ਇੱਕ ਬਾਗ ਲਾ ਲੈਣਾ, ਮਾਂ ਕਹਿੰਦੀ ਹੈ ਤੂੰ ਉਹਦੇ ਵਾਲਾ ਚਰਖਾ ਲੈ ਕੇ ਕੱਤਿਆ ਕਰੀਂ।
ठीक है। फिर की पीतो नूं कौन दस रहा है, नामो उहदे नाल गल कर रही है कि मेरी भाभी ने बाग ला लेना है। बाग लाना मतलब कि उन्होंने एक जो बाग ਦਾ ਇਹਦੇ ਵਿੱਚ ਅਰਥ ਕੀ ਦਿੱਤਾ ਹੋਇਆ ਹੈ, ਇੱਕ ਫੁਲਕਾਰੀ ਟਾਈਪ, ਠੀਕ ਹੈ, ਫੁਲਕਾਰੀ ਨੂੰ ਕੱਢਣਾ ਜਿਹਦੇ ਉੱਪਰ ਧਾਗੇ ਨਾਲ ਕਢਾਈ ਕੱਢੀ ਜਾਂਦੀ ਹੈ। ਅਤੇ ਫਿਰ ਉਹ ਕੀ ਮਤਲਬ ਕਿ ਨਾਮੋ ਦੱਸਦੀ ਹੈ ਕਿ ਮੇਰੀ ਮਾਂ ਕਹਿ ਰਹੀ ਹੈ ਕਿ ਭਾਬੀ ਵਾਲਾ ਚਰਖਾ ਤੂੰ ਹੁਣ ਕੱਤ ਲਿਆ ਕਰ। ਉਸ ਸਮੇਂ ਦੀ ਗੱਲ ਕਰ ਰਿਹਾ ਹੈ ਲੇਖਕ ਜਦੋਂ ਕੁੜੀਆਂ ਪੜ੍ਹਿਆ ਨਹੀਂ ਕਰਦੀਆਂ ਸੀ, ਉਹ ਸਕੂਲ ਨਹੀਂ ਜਾਂਦੀਆਂ ਸੀ, ਉਹਨਾਂ ਨੂੰ ਘਰ ਦੇ ਕੰਮ ਹੀ ਸਿਖਾਏ ਜਾਂਦੇ ਸੀਗੇ। ਕਦੇ ਤੁਹਾਡੇ ਘਰ ਸ਼ੋਪ ਪਾ ਲਿਆ ਕਰਾਂਗੇ, ਕਦੇ ਸਾਡੇ। ਨਾਮੋ ਨੇ ਸਮਝੋ ਪੀਤੋ ਨੂੰ ਦਰਖਾਸਤ ਕੀਤੀ, ਉਹਨੂੰ ਰਿਕੁਐਸਟ ਕਰ ਰਹੀ ਹੈ ਕਿ ਕਦੇ ਕਦੇ ਅਸੀਂ ਤੁਹਾਡੇ ਘਰ ਚਰਖਾ ਕੱਤ ਲਿਆ ਕਰਾਂਗੇ, ਕਦੇ ਕਦੇ ਤੂੰ ਸਾਡੇ ਘਰ ਆ ਜਾਇਆ ਕਰੀ। ਤੁਹਾਡੇ ਘਰ ਭੈਣੇ ਤੇਰੀ ਮਾਂ ਤੋਂ ਡਰ ਲੱਗਦਾ, ਸਾਡੇ ਘਰ ਹੀ ਆ ਜਾਇਆ ਕਰੀ। ਪੀਤੋ ਨੇ ਕੁਝ ਮੜਕ ਨਾਲ ਜਵਾਬ ਦਿੱਤਾ। ਪੀਤੋ ਨੇ ਕੀ ਕਿਹਾ ਕਿ ਉਸਦੀ ਮਾਂ ਤੋਂ ਡਰ ਲੱਗਦਾ ਹੈ, ਕਿਉਂਕਿ ਪੀਤੋ ਨੂੰ ਵੀ ਉਸਦੀ ਮਾਂ ਦੇ ਸੁਭਾਅ ਦਾ ਪਤਾ ਸੀ। ਚੰਗਾ ਫਿਰ ਕਦੇ ਕਦੇ ਸਾਡੇ ਘਰ ਵੀ ਪਾ ਲਿਆ ਕਰਾਂਗੇ, ਕਦੇ ਕਦੇ ਨੂੰ ਮੇਰੀ ਮਾਂ ਕੁਝ ਨਹੀਂ ਕਹਿੰਦੀ। ਨਾਮੋ ਨੇ ਹਾਰ ਮੰਨ ਲਈ। ਨਾਮੋ ਨੂੰ ਵੀ ਆਪਣੀ ਮਾਂ ਦੇ ਸੁਭਾਅ ਦਾ ਚੰਗੀ ਤਰ੍ਹਾਂ ਪਤਾ ਸੀ, ਇਸ ਲਈ ਨਾਮੋ ਨੇ ਹਾਰ ਮੰਨਦਿਆਂ ਹੋਇਆਂ ਕਿਹਾ ਕਿ ਜਿੱਦਾਂ ਪੀਤੋ ਕਹਿ ਰਹੀ ਹੈ ਠੀਕ ਹੈ, ਪਰ ਫਿਰ ਵੀ ਉਹ ਕਹਿੰਦੀ ਕਿ ਕਦੀ ਕਦੀ ਤੂੰ ਸਾਡੇ ਘਰ ਆ ਹੀ ਜਾਇਆ ਕਰੀ। ਨਾਮੋ ਤੇਰੀ ਭਾਬੀ ਕਿਹੀ ਹੈ? ਪੀਤੋ ਨੇ ਆਪਣੀ ਵਡਿਆਈ ਜਤਾਉਣ ਲਈ ਪੁੱਛਿਆ। ਤੇਰੇ ਨਾਲ ਚੰਗਾ ਵਰਤਦੀ ਹੈ। ਵਰਤਦੀ ਮਤਲਬ ਕਿ ਤੇਰੇ ਨਾਲ ਤੇਰੀ ਭਾਬੀ ਦਾ ਵਰਤਾਓ ਕਿਵੇਂ ਦਾ ਹੈ? ਚੰਗੀ ਹੈ, ਨਾਮੋ ਨੇ ਜਵਾਬ ਦਿੱਤਾ। ਨਾਮੋ ਭਰਜਾਈ ਵੱਲੋਂ ਹਾਲੇ ਨਿਰਾਸ਼ ਨਹੀਂ ਹੋਈ ਸੀ। ਹਾਲੇ ਤਾਂ ਚੰਗੀ ਹੈ, ਅੱਗੇ ਦਾ ਪਤਾ ਨਹੀਂ। ਫਿਰ ਉਹ ਆਪਣੀ ਭਾਬੀ ਦੀ ਵਡਿਆਈ ਦੱਸਦੀ ਹੈ ਕਿ ਮੇਰੀ ਭਾਬੀ ਹਜੇ ਤੱਕ ਚੰਗੀ ਹੈ, ਅੱਗੋਂ ਕੀ ਹੋਵੇਗਾ ਉਹ ਨਹੀਂ ਜਾਣਦੀ। ਮੇਰੀ ਭਾਬੀ ਤਾਂ ਭਾਈ ਬੜੀ ਚੰਗੀ ਹੈ। ਪੀਤੋ ਫਿਰ ਵਡਿਆਈ ਵਿੱਚ ਆ ਕੇ ਬੋਲੀ। ਇੱਕ ਬਾਗ ਗੁਲਖਹਿਰੀਆਂ ਦਾ ਤਾਂ ਬੰਨੇ ਵੀ ਲਾ ਲਿਆ ਉਸਨੇ, ਤੇ ਕਹਿੰਦੀ ਹੈ ਬੀਬੀ ਪੇਕਿਆਂ ਤੋਂ ਮੈਂ ਸਰਪੱਲੂ ਕੱਢ ਕੇ ਲਿਆਉਂਗੀ। ਠੀਕ ਹੈ, ਗੁਲਖੈਰੀਆਂ ਮਤਲਬ ਹੁੰਦਾ ਹੈ ਫੁੱਲਾਂ ਨਾਲ ਭਰਿਆ ਹੋਇਆ। ਉਸਨੇ ਇੱਕ ਫੁਲਕਾਰੀ ਵਾਲਾ ਦੁਪੱਟਾ ਜੋ ਫੁੱਲਾਂ ਨਾਲ ਭਰਿਆ ਹੋਇਆ ਹੈ ਉਸਨੇ ਇੱਕ ਕੱਢ ਕੇ ਪੱਲੇ ਵੀ ਲਾ ਦਿੱਤਾ ਹੈ, ਕੰਪਲੀਟ ਕਰ ਦਿੱਤਾ ਹੈ। ਤੇ ਹੁਣ ਉਹ ਕੀ ਕਹਿ ਰਹੀ ਹੈ ਕਿ ਮੈਂ ਇੱਕ ਹੋਰ ਸਰਪੱਲੂ ਜੋ ਹੈ ਸਿਰ ਤੇ ਲੈਣ ਦੇ ਲਈ ਫੁਲਕਾਰੀ, ਉਹ ਆਪ ਤੋਂ ਪੇਕੇ ਜਾਏਗੀ ਤੇ ਉੱਥੋਂ ਹੀ ਕੱਢ ਕੇ ਕੰਪਲੀਟ ਕਰਕੇ ਲੈ ਕੇ ਆਵੇਗੀ। ਤੈਨੂੰ ਤਾਂ ਸਰਪੱਲੂ ਦੀ ਲੱਗੀ ਰਹਿੰਦੀ ਹੈ। ਨਾਮੋ ਦੀ ਵੀ ਚੱਲ ਗਈ। ਤੇਰਾ ਤਾਂ ਹੁਣੇ ਮੁਕਲਾਵਾ ਜਾਣ ਨੂੰ ਜੀ ਕਰਦਾ। ਮੁਕਲਾਵੇ ਜਾਣ ਨੂੰ ਮਤਲਬ ਕਿ ਤੇਰਾ ਜਲਦੀ ਨਾਲ ਵਿਆਹ ਹੋ ਜਾਵੇਗਾ, ਠੀਕ ਹੈ, ਤੇ ਤੂੰ ਸਹੁਰੇ ਘਰ ਚਲੀ ਜਾਵੇਂਗੀ। ਮੁਕਲਾਵੇ ਦਾ ਅਰਥ ਹੁੰਦਾ ਹੈ। ਉਸ ਤੋਂ ਬਾਅਦ ਕੀ ਹੁੰਦਾ ਹੈ, ਫਿਰ ਉਹਨੂੰ ਨਾਮੋ ਵੀ ਉਸਨੂੰ ਕਹਿ ਦਿੰਦੀ ਹੈ ਕਿਧਰੇ ਗੱਲ ਨੂੰ ਲੈ ਜਾਂਦੀ ਹੈ। ਠੀਕ ਹੈ, ਕਿੱਧਰ ਹੀ ਤੂੰ ਗੱਲ ਨੂੰ ਲੈ ਕੇ ਚਲੀ ਜਾਂਦੀ ਹੈ, ਮਤਲਬ ਗੱਲ ਕੁਝ ਹੋਰ ਹੋ ਰਹੀ ਹੈ, ਤੂੰ ਕਿਸੇ ਹੋਰ ਪਾਸੇ ਲੈ ਗਈ ਹੈ। ਕਿਸਨੇ ਕਿਹਾ? ਪੀਤੋ ਨੇ ਸ਼ਰਮਿੰਦੀ ਹੋ ਕੇ ਜਵਾਬ ਦਿੱਤਾ। ਜਦੋਂ ਨਾਮੋ ਨੇ ਉਸਨੂੰ ਟਿਚਟ ਕੀਤੀ, ਠੀਕ ਹੈ, ਉਸਨੂੰ ਮਜ਼ਾਕ ਨਾਲ ਕਿਹਾ ਕਿ ਤੇਰਾ ਮੁਕਲਾਵੇ ਜਾਣ ਨੂੰ ਦਿਲ ਕਰਦਾ ਹੈ, ਤੇ ਫਿਰ ਇੰਨੀ ਗੱਲ ਸੁਣ ਕੇ ਪੀਤੋ ਨੂੰ ਸ਼ਰਮ ਆ ਗਈ ਤੇ ਉਸਨੇ ਸ਼ਰਮਿੰਦਗੀ ਭਰੀ ਹਾਲਤ ਵਿੱਚ ਜਵਾਬ ਦਿੱਤਾ, ਚੰਗਾ ਫਿਰ ਉੱਠ ਚੱਲੀਏ, ਧੁੱਪ ਚੜ੍ਹਦੀ ਹੈ। ਨਾਮੋ ਇਹ ਕਹਿ ਕੇ ਗੜਵਾ ਚੁੱਕ ਕੇ ਉੱਠ ਖੜੀ ਹੋਈ। ਪੀਤੋ ਵੀ ਉੱਠੀ ਤੇ ਦੋਵੇਂ ਘਰਾਂ ਵੱਲ ਨੂੰ ਤੁਰ ਪਈਆਂ। ਕੁੜੇ ਆਪਾਂ ਫਿਰ ਉਸ ਤੋਂ ਬਾਅਦ ਕੀ ਹੁੰਦਾ ਹੈ, ਉਹ ਰਸਤੇ ਵਿੱਚ ਜਾ ਰਹੀਆਂ ਨੇ। ਕੁੜੇ ਆਪਾਂ ਐਸ ਬੁੜੀ ਨੂੰ ਨਾਰ ਲਾ ਲਈਏ। ਪੀਤੋ 2 ਕੁ ਕਦਮ ਤੁਰ ਕੇ ਇੱਕ ਪਿੱਛੇ ਆਉਂਦੀ ਬੁੱਢੀ ਵੱਲ ਇਸ਼ਾਰਾ ਕਰਕੇ ਬੋਲੀ, ਕੱਲੀਆਂ ਨੂੰ ਤਾਂ ਆਪਾਂ ਨੂੰ ਸੜਕ 'ਚੋਂ ਡਰ ਲੱਗੂ। ਰਾਹ ਵਿੱਚ ਇੱਕ ਜਰਨੈਲੀ ਸੜਕ ਸੀ ਜਿੱਥੇ ਪਿੰਡ ਦੇ ਨਿਆਣੇ ਬੜਾ ਡਰਦੇ ਸਨ, ਕਿਉਂਕਿ ਉੱਥੋਂ ਕਈ ਕਿਸਮ ਦੇ ਲੋਕ ਜਾਂਗਲੀ ਤੇ ਰਾਸ਼ੇ ਲੰਘਦੇ ਸਨ। ਨਾਮੋ ਕੁਝ ਦਲੇਰ ਸੀ। ਨੀ ਡਰ ਕਾਹਦਾ? ਉਹ ਬੋਲੀ। ਕੋਈ ਨਹੀਂ ਤੈਨੂੰ ਫੜਦਾ। ਆਪਣਾ ਕਿਸੇ ਨੇ ਅਚਾਰ ਪਾਉਣਾ? ਨਹੀਂ, ਇਉਂ ਨਾ ਕਹਿ। ਪੀਤੋ ਨੇ ਸਿਆਣਾ ਜਿਹਾ ਮੂੰਹ ਬਣਾ ਕੇ ਕਿਹਾ। ਭਾਬੀ ਕੇ ਪਿੰਡ ਦੇ ਲਾਗੇ ਇੱਕ ਪਿੰਡ ਹੈ, ਉੱਥੇ ਇਸੇ ਤਰ੍ਹਾਂ ਇੱਕ ਆਪਣੇ ਜੱਡੀ ਕੁੜੀ ਨੂੰ ਰਾਸ਼ੇ ਚੱਕ ਕੇ ਲੈ ਗਏ ਸਨ। ਠੀਕ ਹੈ, ਰਾਸ਼ੇ ਦੇ ਵਿੱਚ ਦਿੱਤਾ ਹੋਇਆ ਹੈ ਜੋ ਸਮਾਨ ਵੇਚਣ ਆਉਂਦੇ ਹਨ। ਠੀਕ ਹੈ, ਤੋ ਕੀ ਕਹਿੰਦੀ ਹੈ ਕਿ ਉੱਥੇ ਉਹਨੂੰ ਚੱਕ ਕੇ ਲੈ ਗਏ ਸਨ। ਇਹ ਸੁਣ ਕੇ ਨਾਮੋ ਉਸ ਪਿੱਛੇ ਆਉਂਦੀ ਬੁੱਢੀ ਨੂੰ ਨਾਰ ਲਾਉਣ ਲਈ ਮੰਨ ਗਈ। 2 ਕੁ ਮਿੰਟ ਬਾਅਦ ਉਹ ਬੁੱਢੀ ਨਾਲ ਰਲੀ। ਅੰਮਾ, ਸਾਨੂੰ ਸੜਕ ਤੋਂ ਡਰ ਲੱਗਦਾ ਸੀ, ਅਸੀਂ ਕਿਹਾ ਅੰਮਾ ਨਾਲ ਚੱਲਾਂਗੇ। ਨਾਮੋ ਨੇ ਅੰਮਾ ਨੂੰ ਖੁਸ਼ ਕਰਨ ਲਈ ਕਿਹਾ। ਨੀ ਤੁਹਾਨੂੰ ਕੌਣ ਚੱਕੀ ਜਾਂਦਾ ਸੀ? ਹੂਰਾਂ ਜਾਂਦੀਆਂ ਨੂੰ ਸੜਕ 'ਚੋਂ, ਬੁੱਢੀ ਸੜ ਕੇ ਬੋਲੀ। ਬੁੱਢੀ ਨੂੰ ਗੁੱਸੇ ਨਾਲ ਕਿਹਾ ਕਿ ਤੁਹਾਨੂੰ ਕੌਣ ਉਠਾ ਰਿਹਾ? ਹੂਰਾ ਮਤਲਬ ਤੁਸੀਂ ਜੋ ਬਹੁਤ ਜ਼ਿਆਦਾ ਸੋਹਣੀਆਂ ਹੋ, ਪਰੀਆਂ ਵਰਗੀਆਂ ਹੋ। ਉਹ ਆ ਕੁੜੇ ਅੰਮਾ, ਪੀਤੋ ਦੇ ਮੂੰਹੋਂ ਨਿਕਲਿਆ। ਚਲੋ ਧੀਏ ਚਲੋ, ਉਸਨੇ ਝਟ ਨਰਮ ਹੋ ਕੇ ਆਖ ਦਿੱਤਾ। ਠੀਕ ਹੈ, ਫਿਰ ਉਹ ਦੋਨੋਂ ਬੁੱਢੀ ਦੇ ਨਾਲ ਸੜਕ ਪਾਰ ਕਰਕੇ ਵਾਪਸ ਆਪਣੇ ਘਰਾਂ ਨੂੰ ਚਲੀਆਂ ਜਾਂਦੀਆਂ ਹਨ।
ਇੱਥੇ ਕਹਾਣੀ ਖਤਮ ਹੁੰਦੀ ਹੈ। ਮੈਨੂੰ ਆਸ ਹੈ ਕਿ ਤੁਹਾਨੂੰ ਕਹਾਣੀ ਪੂਰੀ ਸਮਝ ਆ ਚੁੱਕੀ ਹੋਵੇਗੀ। ਠੀਕ ਹੈ, ਕਹਾਣੀ ਕਿਸ ਦੇ ਦੁਆਲੇ ਘੁੰਮ ਰਹੀ ਹੈ ਸਾਰੀ? ਪੱਤਾ। ਠੀਕ ਹੈ, ਉਹ ਇੱਕ ਘਟਨਾ ਦੱਸੀ ਹੋਈ ਹੈ ਪੱਤਾ ਲੈ ਕੇ ਜਾਣ ਦੀ। ਠੀਕ ਹੈ, ਖੇਤਾਂ ਦੇ ਵਿੱਚ ਨਾਮੋ ਅਤੇ ਪੀਤੋ ਪੱਤਾ ਲੈ ਕੇ ਜਾਂਦੀਆਂ ਨੇ, ਉਹਨਾਂ ਦੇ ਵਿਚਲਾ ਵਾਰਤਾਲਾਪ ਨੂੰ ਹੀ ਕਹਾਣੀ ਦੇ ਵਿੱਚ ਕਹਾਣੀਕਾਰ ਨੇ ਪੇਸ਼ ਕੀਤਾ ਹੈ। ਇਸ ਦੇ ਅਭਿਆਸ ਦੇ ਪ੍ਰਸ਼ਨਾਂ ਵੱਲ ਅਸੀਂ ਵਧਦੇ ਹਾਂ। ਇਸ ਦੇ ਵਿੱਚ ਤੁਹਾਨੂੰ ਨਾਮੋ ਜਾਂ ਪੀਤੋ ਦਾ ਪਾਤਰ ਚਿੱਤਰਨ ਕਰਨ ਲਈ ਆ ਸਕਦਾ ਹੈ ਕਿ ਉਹਨਾਂ ਦਾ ਸੁਭਾਅ ਕਿਵੇਂ ਦਾ ਸੀਗਾ। ਉਹਨਾਂ ਦੇ ਸੁਭਾਅ ਦੇ ਜੋ ਵੀ ਗੁਣ ਹੋਣਗੇ ਤੁਸੀਂ ਇਸ ਦੇ ਵਿੱਚ ਲਿਖੋਗੇ। ਇਹਦੇ ਵਿੱਚ ਪਹਿਲਾ ਪ੍ਰਸ਼ਨ ਦਿੱਤਾ ਹੋਇਆ ਹੈ, ਹੇਠ ਲਿਖੀ ਲਿਖਤ ਨੂੰ ਪੜ੍ਹੋ ਅਤੇ ਥੱਲੇ ਦਿੱਤੇ ਗਏ ਪ੍ਰਸ਼ਨਾਂ ਦੇ ਉੱਤਰ ਦਿਓ। ਲਿਖਤ ਕੀ ਦਿੱਤੀ ਹੋਈ ਹੈ? ਵਾਰਤਾਲਾਪ। ਮੈਂ ਵੀ ਜਗਾਉਂਦੀ ਨਹੀਂ, ਅੱਜ ਰੋਟੀ ਤੈਂ ਲਿਜਾਣੀ ਹੈ, ਆਪੇ ਜਦੋਂ ਜੀ ਕਰੂ ਲੈ ਜੀ, ਉੱਥੇ ਤੇਰਾ ਪਤੰਦਰ ਹੀ ਤੈਨੂੰ ਸਮਾਰੂ। ਪ੍ਰਸ਼ਨ ਕੀ ਹੈ? ਇਹ ਸ਼ਬਦ ਕਿਸ ਨੇ ਕਿਸ ਨੂੰ ਕਹੇ? ਜਦੋਂ ਅਸੀਂ ਕਹਾਣੀ ਸ਼ੁਰੂ ਕੀਤੀ ਸੀ ਤੇ ਕਹਾਣੀ ਦੇ ਸ਼ੁਰੂ ਵਿੱਚ ਹੀ ਇਹ ਸ਼ਬਦ ਕਿਸ ਨੇ ਕਹੇ ਸੀਗੇ? ਨਾਮੋ ਦੀ ਮਾਂ ਨੇ ਨਾਮੋ ਨੂੰ ਕਹੇ ਸੀਗੇ, ਜਦੋਂ ਉਹ ਉਠਾ ਰਹੀ ਸੀ ਨਾਮੋ ਨੂੰ। ਦੂਸਰਾ ਪ੍ਰਸ਼ਨ ਹੈ, ਇਸ ਪਾਤਰ ਨੇ ਇਹ ਸ਼ਬਦ ਕਿਉਂ ਕਹੇ? ਠੀਕ ਹੈ, ਪਾਤਰ ਕੌਣ ਸੀਗਾ? ਨਾਮੋ ਦੀ ਮਾਂ ਹੈ, ਉਸਨੇ ਇਹ ਸ਼ਬਦ ਕਿਉਂ ਕਹੇ ਸੀ? ਨਾਮੋ ਦੀ ਮਾਤਾ ਨੇ ਜਾਂ ਨਾਮੋ ਦੀ ਮਾਂ ਨੇ ਇਹ ਸ਼ਬਦ ਇਸ ਲਈ ਕਹੇ ਸੀ ਕਿਉਂਕਿ ਦਿਨ ਕਾਫੀ ਚੜ੍ਹ ਗਿਆ ਸੀਗਾ ਅਤੇ ਨਾਮੋ ਹਲੇ ਤੱਕ ਵੀ ਸੁੱਤੀ ਹੋਈ ਸੀ। ਠੀਕ ਹੈ, ਅਤੇ ਉਸਨੂੰ ਖੇਤਾਂ ਵਿੱਚ ਰੋਟੀ ਲੈ ਕੇ ਜਾਣੀ ਸੀ ਅਤੇ ਖੇਤਾਂ ਵਿੱਚ ਰੋਟੀ ਲੈ ਜਾਣ ਦੇ ਲਈ ਦੇਰ ਹੋ ਰਹੀ ਸੀ। ਰੋਟੀ ਕਿਸ ਨੇ ਕਿੱਥੇ ਲੈ ਕੇ ਜਾਣੀ ਸੀ? ਅਗਲਾ ਪ੍ਰਸ਼ਨ ਹੈ, ਅਤੇ ਅਸੀਂ ਉੱਤਰ ਕੀ ਲਿਖਾਂਗੇ? ਰੋਟੀ ਕਿਸ ਨੇ ਲੈ ਕੇ ਜਾਣੀ ਸੀ? ਨਾਮੋ ਨੇ ਲੈ ਕੇ ਜਾਣੀ ਸੀ। ਅਤੇ ਕਿੱਥੇ ਲੈ ਕੇ ਜਾਣੀ ਸੀ? ਖੇਤਾਂ ਵਿੱਚ ਲੈ ਕੇ ਜਾਣੀ ਸੀ, ਜਿੱਥੇ ਉਸਦਾ ਭਰਾ ਹਰਨਾਮ ਸਿੰਘ ਅਤੇ ਉਸਦੇ ਪਿਤਾ ਕੰਮ ਕਰ ਰਹੇ ਸਨ। ਇਹ ਸ਼ਬਦ, ਅਗਲਾ ਪ੍ਰਸ਼ਨ ਹੈ, ਇਹ ਸ਼ਬਦ ਬੋਲਣ ਵਾਲੇ ਪਾਤਰ ਦੇ ਸੁਭਾਅ 'ਤੇ ਚਾਨਣਾ ਪਾਓ। ਜਿਸ ਪਾਤਰ ਨੇ ਇਹ ਸ਼ਬਦ ਬੋਲੇ ਹਨ, ਕਿਹੜੇ ਸ਼ਬਦ? ਮੈਂ ਵੀ ਜਗਾਉਂਦੀ ਨਹੀਂ। ਠੀਕ ਹੈ, ਗੁੱਸੇ ਨਾਲ ਬੋਲ ਰਹੇ ਸੀ ਨਾ, ਉਹਦਾ ਸੁਭਾਅ ਕਿੱਦਾਂ ਦਾ ਸੀਗਾ? ਅਸੀਂ ਕਹਾਣੀ ਦੇ ਵਿੱਚ ਕੀ ਹੁਣੇ ਸੁਣਿਆ ਹੈ ਕਿ ਉਸ ਪਾਤਰ ਦਾ ਸੁਭਾਅ, ਇਹ ਸ਼ਬਦ ਨਾਮੋ ਦੀ ਮਾਂ ਨੇ ਬੋਲੇ ਸਨ ਅਤੇ ਨਾਮੋ ਦੀ ਮਾਂ ਦਾ ਸੁਭਾਅ ਕੁਝ ਕੜਕ ਸੀ। ਠੀਕ ਹੈ, ਉਹ ਕੁਝ ਗੁੱਸੇ ਵਾਲੇ ਸੁਭਾਅ ਦੀ ਸੀਗੀ, ਪਰ ਇੰਝ ਉਹ ਸਮਝਦਾਰ ਅਤੇ ਸਿਆਣੀ ਔਰਤ ਸੀ। ਉਹ ਸਾਨੂੰ ਕਿਵੇਂ ਪਤਾ ਲੱਗਦਾ ਹੈ ਕਿ ਨਾਮੋ ਦੇ ਉੱਠਣ ਤੋਂ ਪਹਿਲਾਂ ਹੀ ਉਸਨੇ ਸਾਰੀ ਰੋਟੀ ਨੂੰ ਪੈਕ ਕਰਕੇ ਰੱਖਿਆ ਹੋਇਆ ਸੀ ਕਿ ਨਾਮੋ ਜਲਦੀ ਨਾਲ ਉਸ ਰੋਟੀ ਉਠਾ ਕੇ ਲੈ ਜਾਵੇ। ਦੂਸਰਾ ਪ੍ਰਸ਼ਨ ਹੈ, ਹੇਠ ਲਿਖੀ ਲਿਖਤ ਨੂੰ ਪੜ੍ਹੋ ਅਤੇ ਉਸ ਦੇ ਬਾਰੇ ਦੱਸੋ। ਲਿਖਤ ਕੀ ਦਿੱਤੀ ਹੋਈ ਹੈ? ਤੇਰੀ ਭਾਬੀ ਪੀਤੋ ਪੜ੍ਹੇ ਹੋਏ ਦੀ ਬਹੂ ਹੈ, ਉਹ ਨਹੀਂ ਰੋਟੀ ਲੈ ਕੇ ਜਾਂਦੀ। ਠੀਕ ਹੈ, ਤੇਰੀ ਭਾਬੀ ਪੀਤੋ ਪੜ੍ਹੇ ਹੋਏ ਦੀ ਬਹੂ ਹੈ, ਉਹ ਨਹੀਂ ਰੋਟੀ ਲੈ ਕੇ ਜਾਂਦੀ। ਇਹ ਸ਼ਬਦ ਕਿਸ ਕਹਾਣੀ ਵਿੱਚੋਂ ਲਏ ਗਏ ਹਨ ਅਤੇ ਇਸ ਕਹਾਣੀਕਾਰ ਦਾ ਨਾਮ ਦੱਸੋ। ਠੀਕ ਹੈ, ਇਹ ਸ਼ਬਦ ਕਿਸ ਕਹਾਣੀ ਵਿੱਚੋਂ ਲਏ ਗਏ ਹਨ? ਇਹ ਸ਼ਬਦ ਪੱਤਾ ਕਹਾਣੀ ਵਿੱਚੋਂ ਲਏ ਗਏ ਹਨ ਅਤੇ ਕਹਾਣੀਕਾਰ ਦਾ ਨਾਮ ਅਸੀਂ ਸ਼ੁਰੂ ਵਿੱਚ ਕੀ ਪੜ੍ਹਿਆ ਹੈ? ਸੰਤ ਸਿੰਘ ਸੇਖੋਂ ਜੀ। ਦੂਸਰਾ ਪ੍ਰਸ਼ਨ ਹੈ, ਇਹ ਸ਼ਬਦ ਕਿਸ ਨੇ ਕਿਸ ਨੂੰ ਕਹੇ? ਇਹ ਸ਼ਬਦ ਕਿਸ ਨੇ ਕਹੇ ਸੀਗੇ? ਨਾਮੋ ਦੇ ਪਿਤਾ ਨੇ। ਕਿਸ ਨੂੰ ਕਹੇ ਸੀ? ਪੀਤੋ ਨੂੰ ਕਹੇ ਸੀਗੇ। ਕਦੋਂ ਕਹੇ ਸੀਗੇ? ਜਦੋਂ ਉਹ ਪੁੱਛ ਰਿਹਾ ਹੁੰਦਾ ਹੈ ਕਿ ਉਸਦੀ ਭਾਬੀ ਖੇਤਾਂ ਵਿੱਚ ਰੋਟੀ ਕਿਉਂ ਨਹੀਂ ਲੈ ਕੇ ਆਉਂਦੀ। ਤੀਸਰਾ ਪ੍ਰਸ਼ਨ ਦਿੱਤਾ ਹੋਇਆ ਹੈ, ਪੀਤੋ ਦੀ ਭਾਬੀ ਕਿੱਥੇ ਰੋਟੀ ਨਹੀਂ ਲੈ ਕੇ ਜਾਂਦੀ? ਇਸ ਪਿੱਛੇ ਦੇ ਕਾਰਨ ਨੂੰ ਵਿਸਥਾਰ ਸਹਿਤ ਲਿਖੋ। ਪੀਤੋ ਦੀ ਭਾਬੀ ਰੋਟੀ ਕਿੱਥੇ ਨਹੀਂ ਲੈ ਕੇ ਜਾਂਦੀ ਸੀ? ਅਤੇ ਉੱਤਰ ਅਸੀਂ ਕੀ ਲਿਖਾਂਗੇ ਕਿ ਪੀਤੋ ਦੀ ਭਾਬੀ ਖੇਤ ਵਿੱਚ ਰੋਟੀ ਨਹੀਂ ਲੈ ਕੇ ਜਾਂਦੀ ਸੀ ਕਿਉਂਕਿ ਉਸਦਾ ਪਤੀ ਜਾਂ ਪੀਤੋ ਦਾ ਜੋ ਭਰਾ ਸੀ ਉਹ ਕਾਲਜ ਪੜ੍ਹਦਾ ਸੀ ਅਤੇ ਖੇਤਾਂ ਦੇ ਵਿੱਚ ਉਸਦੇ ਪਿਤਾ ਜੀ ਕਾਮਿਆਂ ਦੇ ਨਾਲ ਹੀ ਕੰਮ ਕਰਦੇ ਸਨ। ਇਸ ਲਈ ਖੇਤਾਂ ਵਿੱਚ ਜ਼ਿਆਦਾਤਰ ਰੋਟੀ ਉਸਦੀ ਮਾਂ ਜਾਂ ਉਸਦੇ ਪਿਤਾ ਜੀ ਖੁਦ ਹੀ ਲੈ ਕੇ ਆਉਂਦੇ ਸਨ, ਪਰ ਕਦੇ ਕਦੇ ਖੇਤਾਂ ਵਿੱਚ ਰੋਟੀ ਪੀਤੋ ਵੀ ਲੈ ਕੇ ਆਉਂਦੀ ਸੀ। ਠੀਕ ਹੈ, ਚੌਥਾ ਪ੍ਰਸ਼ਨ ਹੈ, ਇਸ ਕਹੇ ਵਾਕ ਵਿੱਚ ਪੀਤੋ ਨਾਂ ਆਇਆ ਹੈ, ਇਹ ਕਹਾਣੀ ਦਾ ਕਿਹੋ ਜਿਹਾ ਪਾਤਰ ਹੈ? ਪੀਤੋ। ਠੀਕ ਹੈ, ਪੀਤੋ ਕੌਣ ਸੀਗੀ? ਨਾਮੋ ਦੀ ਸਹੇਲੀ ਸੀ। ਇਸ ਕਹਾਣੀ ਦੀ ਪੀਤੋ ਜੋ ਹੈ ਇਸ ਕਹਾਣੀ ਦੀ ਮੁੱਖ ਪਾਤਰ ਹੈ। ਠੀਕ ਹੈ, ਜੋ ਕਿ 12-13 ਸਾਲਾਂ ਦੀ ਕੁੜੀ ਹੈ। ਖੇਤਾਂ ਵਿੱਚ ਉਹ ਪੱਤਾ ਲੈ ਕੇ ਜਾਂਦੀ ਹੈ, ਪਰ ਉਸਨੂੰ ਉਹ ਡਰਪੋਕ ਵੀ ਬਹੁਤ ਹੈ। ਕਹਾਣੀ ਦੇ ਅੰਤ ਵਿੱਚ ਅਸੀਂ ਪੜ੍ਹਿਆ ਹੈ ਨਾ ਕਿ ਉਹ ਡਰ ਜਾਂਦੀ ਹੈ ਕਿ ਅਸੀਂ ਸੜਕ ਕਿਵੇਂ ਪਾਰ ਕਰਨੀ ਹੈ, ਇਸ ਲਈ ਉਹ ਡਰਪੋਕ ਹੈ। ਅਗਲਾ ਪ੍ਰਸ਼ਨ ਹੈ, ਫਿਰ ਤੋਂ ਇੱਕ ਲਿਖਤ ਦਿੱਤੀ ਹੋਈ ਹੈ, ਉਹਦੇ ਬਾਰੇ ਪੁੱਛਿਆ ਗਿਆ ਹੈ। ਲਿਖਤ ਅਸੀਂ ਪੜ੍ਹਦੇ ਹਾਂ, ਤੁਹਾਡੇ ਘਰ ਭੈਣੇ ਤੇਰੀ ਮਾਂ ਤੋਂ ਡਰ ਲੱਗਦੇ, ਸਾਡੇ ਘਰ ਵੀ ਆ ਜਿਆ ਕਰੀ। ਠੀਕ ਹੈ, ਇਹਦੇ ਵਿੱਚ ਕੀ ਹੈ? ਇਹ ਵਾਰਤਾਲਾਪ ਕਿਹਨਾਂ ਵਿੱਚ ਬੋਲੇ ਗਏ ਹਨ ਅਤੇ ਕਿਹਨਾਂ ਵਿੱਚ ਬੋਲੇ ਗਏ ਸਨ? ਜਦੋਂ ਨਾਮੋ ਅਤੇ ਪੀਤੋ ਖੇਤਾਂ ਵਿੱਚੋਂ ਰੋਟੀ ਦੇ ਕੇ ਆ ਰਹੀਆਂ ਸਨ, ਦੋਨੋਂ ਹੀ ਆਪਸ ਵਿੱਚ ਗੱਲਾਂ ਕਰਦੀਆਂ ਹੋਈਆਂ ਇਹ ਵਾਰਤਾਲਾਪ ਕਰ ਰਹੀਆਂ ਸਨ। ਦੂਸਰਾ ਪ੍ਰਸ਼ਨ ਹੈ, ਕਿਸ ਦੀ ਮਾਂ ਤੋਂ ਕਿਸ ਨੂੰ ਡਰ ਲੱਗਦਾ ਸੀ ਅਤੇ ਕਿਉਂ? ਠੀਕ ਹੈ, ਨਾਮੋ ਦੀ ਮਾਂ ਤੋਂ ਪੀਤੋ ਨੂੰ ਡਰ ਲੱਗਦਾ ਸੀ। ਕਿਉਂ ਲੱਗਦਾ ਸੀ? ਕਿਉਂਕਿ ਨਾਮੋ ਦੀ ਮਾਂ ਬੜੇ ਹੀ ਗੁੱਸੇ ਵਾਲੀ ਸੁਭਾਅ ਦੀ ਸੀ।
ਉਹ ਜੋ ਕਹਿੰਦੀ ਸੀ ਉਹ ਕਰਦੀ ਵੀ ਸੀ, ਤੇ ਉਹ ਆਪਣੀ ਬੇਟੀ ਨੂੰ ਵੀ ਹਮੇਸ਼ਾ ਗੁੱਸੇ ਨਾਲ ਹੀ ਬੋਲਦੀ ਸੀ। ਇਸ ਲਈ ਪੀਤੋ ਨੂੰ ਵੀ ਉਸਦੀ ਮਾਂ ਤੋਂ ਡਰ ਲੱਗਦਾ ਸੀ। ਤੀਸਰਾ ਪ੍ਰਸ਼ਨ ਹੈ, ਕਿਸ ਦੇ ਘਰ ਜਾਣ ਦੀ ਗੱਲ ਹੋ ਰਹੀ ਹੈ? ਕਹਾਣੀ ਦੇ ਵਿੱਚ ਨਾਮੋ ਦੇ ਘਰ ਜਾਣ ਦੀ ਗੱਲ ਹੋ ਰਹੀ ਸੀ। ਜਦੋਂ ਨਾਮੋ ਆਪਣੀ ਸਹੇਲੀ ਨੂੰ ਦੱਸਦੀ ਹੈ ਕਿ ਉਸਦੀ ਭਾਬੀ ਨੇ ਬਾਗ ਲਾ ਲੈਣਾ ਹੈ, ਤੇ ਉਸਦੀ ਮਾਂ ਕੀ ਕਹਿੰਦੀ ਹੈ ਕਿ ਹੁਣ ਤੂੰ ਚਰਖਾ ਕੱਤ ਲਿਆ ਕਰ। ਠੀਕ ਹੈ, ਫਿਰ ਉਹ ਦੋਨੋਂ ਆਪਸ 'ਚ ਉਹਨਾਂ ਦੀ ਇਹ ਵਾਰਤਾਲਾਪ ਹੁੰਦੀ ਹੈ। ਚੌਥਾ ਪ੍ਰਸ਼ਨ ਹੈ, ਉਹਨਾਂ ਨੇ ਦੂਜੇ ਘਰੇ ਕਿਉਂ ਜਾਣਾ ਸੀ? ਠੀਕ ਹੈ, ਦੂਜੇ ਘਰੇ ਕਿਉਂ ਜਾਣਾ ਸੀਗਾ? ਇਹਦੇ ਦੋ ਉੱਤਰ ਨਿਕਲ ਰਹੇ ਨੇ। ਇੱਕ ਤਾਂ ਹੈ ਕਿ ਉਹਨਾਂ ਨੇ ਵਿਆਹ ਕਰਵਾ ਕੇ, ਜਦੋਂ ਉਹਨਾਂ ਦਾ ਵਿਆਹ ਹੋ ਜਾਣਾ ਸੀ, ਫਿਰ ਉਹਨਾਂ ਨੇ ਦੂਜੇ ਘਰੇ ਜਾਣਾ ਹੈ। ਠੀਕ ਹੈ, ਇੱਕ ਅਸੀਂ ਕਹਾਣੀ ਦੇ ਅਨੁਸਾਰ ਅਗਰ ਦੇਖਦੇ ਹਾਂ ਤਾਂ ਇੱਕ ਦੂਜੇ ਦੇ ਘਰੇ ਕਿਉਂ ਜਾਣਾ ਹੈ? ਕਿਉਂਕਿ ਉਹ ਇਕੱਠੀਆਂ ਬੈਠ ਕੇ ਚਰਖਾ ਕੱਤਣਾ ਚਾਹੁੰਦੀਆਂ ਸਨ, ਇਸ ਲਈ ਉਹਨਾਂ ਨੇ ਦੂਜੇ ਘਰੇ ਜਾਣਾ ਹੈ। ਇਸ ਤੋਂ ਇਲਾਵਾ ਵੀ ਅਗਰ ਤੁਹਾਨੂੰ ਕੁਛ ਇੰਟਰਨਲ ਪ੍ਰਸ਼ਨ ਪੁੱਛੇ ਜਾਣਗੇ ਤਾਂ ਮੈਨੂੰ ਆਸ ਹੈ ਕਿ ਤੁਸੀਂ ਕਹਾਣੀ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਗਈ ਹੈ ਅਤੇ ਤੁਸੀਂ ਕਰ ਸਕਦੇ ਹੋ। ਬਹੁਤ ਬਹੁਤ ਧੰਨਵਾਦ ਜੀ।